ਸਾਹਿਬ ਜੀ। ਵਿਚਰ ਮੋਲ ਨਾ ਥੋੜੀ ਦੋ, ਵਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕ, ਖਾਏ ਖਰਚ ਧਨ ਮਾਲ। ਖੰਭ ਵੇ ਕਾਂਦੜੇ ਜੇਲਾਂ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣਾ, ਲਹਾ ਸੋ ਸਜਣਾ ਮੋਲ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਅੰਤਰ ਗਿਆਨ ਨ ਆਇਓ, ਜਿਤ ਕਿਛ ਸੋਝੀ ਪਾਏ। ਵਿਣ ਡਿਠਾ ਕਿਆ ਸਾਲਾਹੀਐ, ਅੰਧਾ ਅੰਧ ਕਮਾਏ। ਅੰਤਰ ਗਿਆਨ ਨ ਆਇਓ, ਜਿਤ ਕਿਛ ਸੋਝੀ ਪਾਏ। ਵਿਣ ਡਿਠਾ ਕਿਆ ਸਾਲਾਹੀਐ, ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ, ਨਾਮ ਵਸੈ ਮਨ ਆਏ। ਮਹਲਾ ਤੀਜਾ। ਇਕਾ ਬਾਣੀ ਇਕ ਗੁਰ, ਇਕੋ ਸ਼ਬਦ ਵਿਚਾਰ। ਸੱਚਾ ਸੌਦਾ ਹੱਠ ਸੱਚ, ਰਤਨੀ ਭਰੇ ਭੰਡਾਰ। ਗੁਰ ਕਿਰਪਾ ਤੇ ਪਾਈਨ, ਜੇ ਦੇਵੈ ਦੇਵਨ ਹਾਰ। ਸੱਚਾ ਸੌਦਾ ਲਾਭ, ਸਦਾ ਖਟਿਆ ਨਾਮ ਅਪਾਰ। ਵਿਖ ਵਿੱਚ ਅੰਮ੍ਰਿਤ ਪ੍ਰਗਟਿਆ, ਕਰਮ ਪਿਆਵਣ ਹਾਰ। ਨਾਨਕ ਸੱਚ ਸਲਾਹੀਐ, ਧਨ ਸਵਾਰਣ ਹਾਰ। ਪੌੜੀ। ਜਿਨਾ ਅੰਦਰ ਕੂੜ ਵਰਤੈ, ਸੱਚ ਨਾ ਭਾਵਈ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਹੀ। ਕੂੜਿਆਰੀ ਰੱਜੈ ਕੂੜ, ਜੋ ਵਿਸ਼ਟਾ ਕਾਗ ਖਾਵਹੀ। ਜਿਸ ਹਰ ਹੋਏ ਕਿਰਪਾਲ, ਸੋ ਨਾਮ ਧਿਆਵਹੀ। ਹਰ ਗੁਰਮੁਖ ਨਾਮ ਅਰਾਧਿਆ, ਕੂੜ ਪਾਪ ਲਹੈ ਜਾਵਈ।
गुरमुख नाम आराध कूड़ पाप लह जावही। वाहिगुरु जी का खालसा, वाहिगुरु जी की फतेह। सतनाम धन वाखे गुरु साहिब जियो। दंडौत वंदन अनेक बार, सर्व कला समरथ डोलन ते राखो प्रभु। नानक दे कर हथ डोलन ते राखो प्रभु। राखो प्रभु। नानक दे कर हथ परम सम्मान योग सतगुरु गुरु हरकृष्ण साहिब सच्चे पातशाह जी महाराज हजूर दे पावन पवित्र अस्थान गुरुद्वारा बंगला साहिब जी विखे सतगुरु गुरु ग्रंथ साहिब महाराज जी दी पावन पवित्र हजूरी अंदर बैठ के सतगुरां दे अमृत बचन आशा की वार दा कीर्तन आप जी श्रवण कर रहे से। जो लड़ीवार गुरु शब्द विचार चल रही है उस विचार दे अधीन सतगुरु गुरु ग्रंथ साहिब जी की सोरठ की वार जो सतगुरु गुरु रामदास महाराज जी ने उच्चारण की है इस वार दी 10वीं पौड़ी दे नाल जो 2 श्लोक दर्ज ने पौड़ी समेत श्लोकां दा पाठ आप जी ने श्रवण कीता है। इस अमृत बचन दी विचार कल तो आपा ने प्रारंभ की है। कल विचार दा ए प्रकरण सी विषा सब्जेक्ट सी अंतर ज्ञान ना आयो जित किछ सोझी पाए। इंसान दे कोल अखरां दा
ਬੋਧਕ ਤਲ ਦਾ ਗਿਆਨ ਬੇਸ਼ੁਮਾਰ ਹੈ, ਪਰ ਅੰਦਰ ਉਹ ਗਿਆਨ ਨਹੀਂ ਪੈਦਾ ਹੋ ਸਕਿਆ ਕਿ ਜਿਸ ਗਿਆਨ ਦੇ ਨਾਲ ਇਸ ਨੂੰ ਅੰਤਰ ਆਤਮੇ ਦੀ ਸੋਝੀ ਆ ਸਕੇ। ਅੱਜ ਜੋ ਅੰਮ੍ਰਿਤ ਸ਼ਲੋਕ ਆਪਾਂ ਨੇ ਵਿਚਾਰਨਾ ਹੈ, ਇਸ ਪਵਿੱਤਰ ਸ਼ਲੋਕ ਦਾ ਭਾਵ ਹੈ ਗੁਰੂ ਇੱਕ ਹੈ, ਗੁਰੂ ਦੇ ਅੰਮ੍ਰਿਤ ਬੋਲ ਬਾਣੀ ਪ੍ਰਮਾਣਿਕ, ਹਜ਼ੂਰ ਦੀ ਅੰਮ੍ਰਿਤ ਬਾਣੀ ਇੱਕ ਹੈ, ਔਰ ਉਸ ਇੱਕ ਗੁਰੂ ਦੇ ਸ਼ਬਦ ਨੂੰ ਵਿਚਾਰੋ। ਇਹ ਖਜ਼ਾਨਾ ਸੱਚ ਹੈ। ਗੁਰੂ ਸ਼ਬਦਾਂ ਦਾ ਭੰਡਾਰ ਇੱਕ ਹੱਟ ਹੈ। ਇਸ ਵਿੱਚੋਂ ਸੌਦਾ ਵਣਜ ਵੱਖਰ ਉਹ ਵਪਾਰਦੇ ਨੇ ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਦਇਆ ਹੋਵੇ। ਇਸ ਅੰਮ੍ਰਿਤ ਸ਼ਲੋਕ ਨੂੰ ਕੱਲ ਦੀ ਲੜੀ ਅਨੁਸਾਰ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਸ਼ਹਾਦਤ ਵਾਲਾ ਦਿਵਸ ਆਪ ਜੀ ਮਨਾ ਰਹੇ ਹੋ, ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਅੰਦਰ ਨੂੰ ਟਿਕਾਉਂਦੇ ਹੋਏ ਆਸੀਸ ਬਖਸ਼ੋ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਆਪਣੀ ਮਿਹਰਾਮਤ ਦੀ ਛੜੀ ਰੱਖ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਗੁਰਮਤ ਦੀ ਰੋਸ਼ਨੀ ਵਿੱਚ, ਸ਼ਬਦ ਦੀ ਭੈ ਭਾਵਨੀ ਵਿੱਚ ਆਪ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮਨੁੱਖ ਦੇ ਕੋਲ ਜਾਣਕਾਰੀ ਹਾਸਲ ਕਰਨ ਦੀ ਇੱਕ ਤੀਬਰ ਇੱਛਾ ਹੈ। ਇਸ ਦੇ ਅੰਦਰ ਦੀ ਇੱਕ ਲੋਚਾ ਹੈ ਕਿ ਮੈਂ ਵੱਧ ਤੋਂ ਵੱਧ ਗਿਆਨ, ਜ਼ਿਆਦਾ ਤੋਂ ਜ਼ਿਆਦਾ ਬੋਧ ਤੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਆਪਣੇ ਅੰਦਰ ਸੰਗ੍ਰਹਿ ਇਕੱਠੀ ਕਰ ਸਕਾਂ। ਪਰ ਨਾਲ ਮਨੁੱਖ ਦਾ ਇੱਕ ਸੁਭਾਅ ਹੈ, ਉਹ ਆਪਣੀ ਇਕੱਠੇ ਕੀਤੇ ਹੋਏ ਗਿਆਨ ਨੂੰ ਗਿਆਨ ਦੀ ਆਖੀਰਲੀ ਸੀਮਾ ਮੰਨ ਬੈਠਦਾ ਹੈ। ਉਹ ਸੋਚਦਾ ਜੋ ਕੁਝ ਮੇਰੇ ਕੋਲ ਹੈ, ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ। ਦਰਅਸਲ ਗੁਰਦੇਵ ਨੇ ਜਦੋਂ ਗਿਆਨ ਦਾ ਜ਼ਿਕਰ ਕੀਤਾ ਹੈ, ਅਨੁਭਵੀ ਗਿਆਨ ਦਾ, ਉਸ ਗਿਆਨ ਵਿੱਚ ਇਹ ਸੀਮਾ ਨਹੀਂ ਬੰਨ ਦਿੱਤੀ ਕਿ ਜੋ ਕੁਝ ਮੈਨੂੰ ਪਤਾ ਹੈ, ਸਿਰਫ ਅਖੀਰ ਤੇ ਗਿਆਨ ਇੱਥੋਂ ਤੱਕ ਸੀਮਤ ਹੈ। ਗੁਰਦੇਵ ਕਹਿੰਦੇ ਨੇ ਇੰਨੀ ਕੁ ਸੋਝੀ ਮਾਲਕ ਤੂੰ ਦੇ ਦਿੱਤੀ, ਅਸੀਂ ਉਸ ਸੰਬੰਧੀ ਬੋਲ ਕੇ ਦੱਸ ਦਿੱਤਾ, ਪਰ ਤੇਰਾ ਗਿਆਨ ਤਾਂ ਇਸ ਤੋਂ ਹੋਰ ਵੀ ਅੱਗੇ ਹੈ ਕਿ ਉਸ ਗਿਆਨ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ। ਥੋੜਾ ਜਿਹਾ ਗੁਰਬਾਣੀ ਦੀ ਰੋਸ਼ਨੀ ਵਿੱਚੋਂ ਪਿਛਲੇ ਸ਼ਲੋਕ ਦੀ ਲੜੀ ਜੋੜ ਕੇ ਅਰਜ਼ ਕਰ ਸਕਾਂ। ਦੇਖੋ, ਅਸੀਂ ਹਜ਼ੂਰ ਦੀ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਗਿਆਨ ਖੰਡ ਪੜ੍ਹਨੇ, ਤੇ ਗਿਆਨ ਖੰਡ ਦੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗਿਆਨ ਦੀ ਸੀਮਾ ਨੂੰ ਮੱਥਿਆ ਨਹੀਂ। ਉੱਥੇ ਗਿਆਨ ਵਿੱਚ 1 2 4 5 10 ਜਾਂ ਗਿਣਤੀ ਕਰਕੇ ਨਹੀਂ ਕਿਹਾ ਗਿਆ ਕਿ ਸਿਰਫ ਇੰਨੇ ਕੁ ਨੇ। ਮਹਾਰਾਜ ਜੀ ਨੇ ਪਰਮਾਤਮਾ ਦੀ ਬਣਾਈ ਹੋਈ ਇਸ ਕਾਇਨਾਤ ਵਿੱਚ
ਜਿਤਨੀਆਂ ਸ਼ਕਤੀਆਂ ਕਰਮ ਕਰਦੀਆਂ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ, ਪਰ ਉੱਥੇ ਗਿਣਤੀ ਦੀ ਥਾਂ ਗੁਰਦੇਵ ਨੇ ਇੱਕ ਸ਼ਬਦ ਵਰਤਿਆ ਹੈ, ਕੇਤੇ। ਕੇਤੇ ਦਾ ਮਤਲਬ ਕਿ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਕੇਤੇ ਦਾ ਅਰਥ ਹੈ ਅਣਗਿਣਤ, ਕੇਤੇ ਦਾ ਅਰਥ ਹੈ ਕਈ। ਸਤਿਗੁਰੂ ਦੇ ਅੰਮ੍ਰਿਤ ਬਚਨ ਸੀ ਪੜ੍ਹਨੇ ਆ, ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਖੇਸ਼, ਕੇਤੇ ਬਰਮੇ ਘਾੜਤ ਘੜੀਆਂ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਿਰ ਮੇਰੀ ਇੱਕ ਬੇਨਤੀ ਹੈ ਕਿ ਅਸੀਂ ਗਿਆਨ ਇਕੱਠਾ ਕਰਕੇ ਸੀਮਾ ਮਿੱਥਦੇ ਨੇ ਕਿ ਜੋ ਕੁਝ ਮੈਨੂੰ ਸਮਝ ਹੈ ਇਸ ਤੋਂ ਅੱਗੇ ਕੁਝ ਵੀ ਨਹੀਂ, ਤੇ ਉਹ ਸੀਮਾ ਸਾਡੇ ਅੰਦਰ ਦਾ ਹੰਕਾਰ ਬਣ ਜਾਂਦੀ ਏ। ਇਹੀ ਕਾਰਨ ਕਿ ਆਪਣੇ ਗਿਆਨ ਦੀ ਚਾਰ ਦੀਵਾਰੀ ਵਿੱਚ ਜੀਣ ਵਾਲਾ ਬੰਦਾ ਅਕਸਰ ਹੰਕਾਰੀ ਬਣ ਜਾਂਦਾ ਹੈ ਤੇ ਆਪਣੀ ਚਾਰ ਦੀਵਾਰੀ ਨੂੰ ਤੋੜ ਕੇ ਉਹ ਦੂਜੇ ਦੀ ਗੱਲ ਸਵੀਕਾਰਨ ਨੂੰ ਤਿਆਰ ਨਹੀਂ। ਮਹਾਰਾਜ ਕਹਿੰਦੇ ਨੇ ਅਨਭਵੀ ਗਿਆਨ ਦਾ ਕੋਈ ਅੰਤ ਨਹੀਂ। ਜਿਵੇਂ ਅਸੀਂ ਸੋਦਰ ਦਾ ਪਾਠ ਕਰਨੇ ਆ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰ ਹਜ਼ੂਰ ਨੇ ਦਰਜ ਕੀਤਾ ਹੈ। ਇੱਕ ਤਾਂ ਜਪਜੀ ਸਾਹਿਬ ਦੀ ਬਾਣੀ ਵਿੱਚ, ਇੱਕ ਸੋਦਰ ਰਹਿਰਾਸ ਸਾਹਿਬ ਜੀ ਦੇ ਅੰਦਰ, ਤੇ ਤੀਸਰਾ ਗੁਰਦੇਵ ਨੇ ਰਾਗ ਆਸਾ ਦੇ ਵਿੱਚ ਇਹ ਸ਼ਬਦ ਦਰਜ ਕੀਤਾ ਹੈ। ਸੋ ਦਰ ਤੇਰਾ ਕੇਹਾ, ਸੋ ਘਰ ਕੇਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਮਣ ਖਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਏ। ਮੈਂ ਸੋਦਰ ਵਾਲਾ ਇਹ ਸ਼ਬਦ ਚੁਣਿਆ ਹੈ, ਕੇਤੇ ਤੇਰੇ ਰਾਗ ਪਰੀ ਸੋ ਕਹੀਏ, ਕੇਤੇ ਗਾਵਣ ਖਾਰੇ, ਗਾਵਣ ਤੁਧ ਨੂੰ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਸ ਸਾਰੇ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਧਰਮ ਸਨ। ਜਿਵੇਂ ਖਨੇਰੀ ਮੈਲੇ ਨੂੰ ਉਡਾ ਕੇ ਲੈ ਜਾਂਦੀ ਹੈ, ਹੜ ਦਾ ਪਾਣੀ ਦਰਿਆਵਾਂ ਦੇ ਕਿਨਾਰੇ ਪਏ ਹੋਏ ਮਿੱਟੀ ਮੈਲੇ ਨੂੰ ਰੋੜ ਕੇ ਲੈ ਜਾਂਦਾ ਹੈ। ਜਦੋਂ ਅਨਭਵੀ ਗਿਆਨ ਦੀ ਖਨੇਰੀ ਆਉਂਦੀ ਹੈ ਤੇ ਮਨੁੱਖ ਦੇ ਅੰਦਰ ਦੀ ਅਗਿਆਨਤਾ ਨੂੰ ਉਡਾ ਕੇ ਲੈ ਜਾਂਦੀ ਹੈ। ਕਬੀਰ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਤੇ ਫਰਮਾਇਆ ਕਿ ਦੇਖੋ ਭਾਈ ਗਿਆਨ ਕੀ ਆਈ ਆਂਦੀ। ਉਹ ਦੇਖੋ ਸ਼ਬਦ ਵਰਤਿਆ ਉਹਨਾਂ, ਕਹਿੰਦੇ ਨੇ ਖੇ ਭਰਾਵੋ, ਖੇ ਭਾਈ ਸੱਜਣੋ, ਜਗਿਆਸੂਓ, ਦੇਖੋ ਮੇਰੇ ਅੰਦਰ ਗਿਆਨ ਦੀ ਖਨੇਰੀ ਆਈ। ਤੇ ਉਹਨਾਂ ਨੇ ਇਸ ਹਨੇਰੀ ਵਿੱਚ ਜਿਹੜਾ ਅਲੰਕਾਰ ਦ੍ਰਿਸ਼ਟਾਂਤ ਲਿਆ ਉਹ ਇਹ ਹੈ ਕਿ ਇੱਕ ਕੱਖਾਂ ਦੀ ਬਣੀ ਕੋਈ ਛਪਰੀ ਹੈ, ਜਿਹਨੂੰ ਆਪਾਂ ਛੰਨ ਕਹਿ ਲਈਏ, ਝੌਂਪੜੀ ਕਹਿ ਲਈਏ। ਹੁਣ ਝੌਂਪੜੀ ਜਦੋਂ ਬਣਾਈ ਜਾਂਦੀ ਹੈ, ਕੱਖਾਂ ਨੂੰ ਰੱਸੀ ਦੇ ਨਾਲ ਬੰਨ ਕੇ ਉਸ ਝੌਂਪੜੀ ਦੀ ਛੱਤ ਤਿਆਰ ਕਰਦੇ। ਫਿਰ ਉਸ ਝੌਂਪੜੀ ਦੀ ਛੱਤ ਨੂੰ ਟਿਕਾਣ ਵਾਸਤੇ ਉਹਦੇ ਥੱਲੇ ਲੱਕੜ ਦਾ ਇੱਕ ਸ਼ਤੀਰ, ਇੱਕ ਗੋਲਾ ਲਾਇਆ ਜਾਂਦਾ ਹੈ। ਉਸ ਸ਼ਤੀਰ ਨੂੰ ਰੋਕਣ ਵਾਸਤੇ, ਥੱਲੇ ਸਪੋਰਟ ਦੇਣ ਵਾਸਤੇ ਥੰਮੀਆਂ ਲਾਈਆਂ ਜਾਂਦੀਆਂ। ਗੱਲ ਧਿਆਨ ਨਾਲ ਸੁਣਿਓ, ਮੈਂ ਸਿਰਫ ਸ਼ਬਦ ਦੇ ਅਰਥ ਕਰ ਲਿਆ ਕਿ ਅਨਭਵੀ ਗਿਆਨ ਦੀ ਖਨੇਰੀ ਜਦੋਂ ਆ ਜਾਏ ਤੇ ਅੰਦਰ ਮਨੁੱਖ ਦੇ ਤਬਦੀਲੀ ਕਿਤਨੀ ਕੁ ਵੱਡੀ ਹੈ। ਫਿਰ ਸ਼ਬਦ ਦੌਰਾਨ ਲੱਗਾ, ਇੱਕ ਛੱਪਰ, ਇੱਕ ਝੌਂਪੜੀ, ਇੱਕ ਕੁੱਲੀ ਦੀ ਉਦਾਹਰਨ ਲਈ ਕਬੀਰ ਸਾਹਿਬ ਜੀ ਨੇ ਕਹਿੰਦੇ ਨੇ ਕੱਖਾਂ ਨੂੰ ਰੱਸੀ ਨਾਲ ਜੋੜ ਕੇ ਝੌਂਪੜੀ ਦੀ ਛੱਤ ਬਣਾਈ ਜਾਂਦੀ ਹੈ। ਛੱਤ ਨੂੰ ਟਿਕਾਣ ਵਾਸਤੇ ਛਤੀਰ ਗੋਲਾ ਪਾਇਆ ਜਾਂਦਾ ਉਸ ਉੱਪਰ। ਉਸ ਛਤੀਰ ਨੂੰ ਟਿਕਾਣ ਵਾਸਤੇ ਥੱਲੇ ਥੰਮੀਆਂ ਦਿੱਤੀਆਂ ਜਾਂਦੀਆਂ ਨੇ ਲੱਕੜ ਦੀਆਂ। ਤੇ ਜਦੋਂ ਛੱਤ ਪੈ ਜਾਏ, ਇਨਸਾਨ ਥੱਲੇ ਆਪਣੀ ਵਰਤੋਂ ਵਿਹਾਰ ਦੇ ਬਰਤਨ ਭਾਂਡੇ ਰੱਖਦਾ। ਕਹਿੰਦੇ ਨੇ ਭਾਈ ਸੱਜਣੋ ਦੇਖੋ ਕਿ ਗਿਆਨ ਦੀ ਖਨੇਰੀ ਆਈ ਤੇ ਜਿਹੜੀ ਮਾਇਆ ਦੇ ਨਾਲ ਵੱਜੀ ਕੋਈ ਅੰਦਰ ਮਮਤਾ ਦੀ ਛਪੜੀ ਸੀ, ਉਸ ਗਿਆਨ ਦੀ ਖਨੇਰੀ ਨੇ ਇਸ ਮਾਇਆ ਮਮਤਾ ਦੀ ਛਪਰੀ ਛੱਤ ਨੂੰ ਉਡਾ ਦਿੱਤਾ। ਇਹਦੇ ਥੱਲੇ ਜੋ ਸ਼ਤੀਰ ਸੀ ਉਹਦੇ ਟੁਕੜੇ ਹੋ ਗਏ, ਜਿਹੜੀਆਂ ਥੰਮੀਆਂ ਸਨ ਉਹ ਵੀ ਟੁੱਟ ਕੇ ਧਰਤੀ ਤੇ ਡਿੱਗ ਪਈਆਂ। ਕਹਿੰਦੇ ਨੇ ਜਦੋਂ ਛੱਤ ਛਤੀਰ ਤੇ ਥੰਮੇ ਡਿੱਗ ਪੈਣ ਤੇ ਥੱਲੇ ਰੱਖੇ ਹੋਏ ਬਰਤਨ ਕਿਵੇਂ ਬਚਣਗੇ, ਉਹ ਵੀ ਟੁੱਟ ਕੇ ਚਕਨਾਚੂਰ ਹੋ ਗਏ। ਮਹਾਰਾਜੇ ਛਪਰੀ ਕਾਦੀ,
ਇਹ ਬਰਤਨ ਕਾਦੇ? ਉਹਨਾਂ ਕਿਹਾ ਭਾਈ ਕਿ ਇਹ ਛਪਰੀ, ਇਹ ਛੰਨ ਸੀ ਮਾਇਆ ਦੀ ਬੱਜੀ ਹੋਈ, ਇਹਦੇ ਉੱਤੇ ਛਤੀਰ ਸੀ ਮੋਹ ਦਾ, ਥੱਲੇ ਇਹਦੀਆਂ ਥੰਮੀਆਂ ਸਨ ਦੁਚਿੱਤੇ ਦੀਆਂ ਦੁਬਦਾ ਦੀਆਂ, ਇਹਦੇ ਥੱਲੇ ਭੈੜੀ ਮਤ ਦੇ ਬਰਤਨ ਪਏ ਸਨ। ਜਦੋਂ ਗਿਆਨ ਦੀ ਖਨੇਰੀ ਆਈ, ਨਾ ਤਾਂ ਭੈੜੀ ਮਤ ਰਹੀ, ਨਾ ਮੋਹ ਰਿਹਾ, ਨਾ ਦਵੈਸ਼ ਰਹੀ, ਨਾ ਮਾਇਆ ਦੀ ਮਮਤਾ ਰਹੀ। ਅਨਭਵੀ ਗਿਆਨ ਨੇ ਇੰਨੀ ਕਿਰਪਾ ਕੀਤੀ ਕਿ ਪੂਰੀ ਦੀ ਪੂਰੀ ਵਾਸ਼ਨਾ ਦੀ ਛਪਰੀ ਹੀ ਉਡਾ ਕੇ ਰੱਖ ਦਿੱਤੀ। ਹੁਣ ਉਹ ਵੀ ਤਾਂ ਇੱਕ ਗਿਆਨ ਹੈ। ਕਬੀਰ ਸਾਹਿਬ ਦੇ ਬਚਨ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਟਾਟੀ ਦਾ ਅਰਥ ਹੈ ਕਿ ਛਪਰੀ ਛੰਨ ਕੁੱਲੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਦੋ ਚਿੱਤੇ, ਦੋ ਚਿੱਤੇ ਦਰ ਤੇ ਦਵੈਸ਼ ਦੁਬਦਾ, ਅੰਦਰ ਇੱਕ ਥਾਂ ਤੇ ਇਕਾਗਰ ਨਾ ਹੋਣਾ। ਦੋ ਚੁੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਛਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ, ਕਹੇ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਜਿਵੇਂ ਖਨੇਰੀ ਤੋਂ ਬਾਅਦ ਮੀਂਹ ਵਰਸੇ ਤੇ ਮੀਂਹ ਤੋਂ ਬਾਅਦ ਸੂਰਜ ਨਿਕਲਾਵੇ, ਹਰ ਚੀਜ਼ ਦੀ ਮੈਲ ਧੁੱਪ ਜਾਂਦੀ ਏ, ਹਰ ਚੀਜ਼ ਸੂਰਜ ਦੀ ਕਿਰਨ ਨਾਲ ਚਮਕਣ ਲੱਗ ਪੈਂਦੀ ਹੈ। ਪ੍ਰਭੂ ਤੇਰੇ ਅਨਭਵੀ ਗਿਆਨ ਦੀ ਕਿਰਪਾ ਨਾਲ, ਤੇਰੇ ਦਿੱਤੇ ਹੋਏ ਰੂਹਾਨੀਅਤ ਦੀ ਗਿਆਨ ਦੀ ਤਫੈਲਿਸ਼, ਅੰਦਰ ਦੀ ਖਨੇਰੇ ਦੂਰ ਹੋ ਗਏ, ਅੰਦਰ ਦੀ ਮੈਲ ਉੱਡ ਗਈ ਤੇ ਹਰ ਇੱਕ ਗਿਆਨ ਇੰਦਰਾ ਅੰਦਰ ਮਨ ਇਸ ਤਰ੍ਹਾਂ ਚਮਕਣ ਲੱਗਾ ਜਿਵੇਂ ਮੀਂਹ ਪੈਣ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਨਾਲ ਧਰਤੀ ਉੱਤੇ ਪਈਆਂ ਹੋਈਆਂ ਵਸਤੂਆਂ ਚਮਕਦੀਆਂ। ਪਿਆਰਿਓ ਇੱਕ ਇਹ ਵੀ ਗਿਆਨ ਹੈ। ਮੈਂ ਸਿਰਫ ਅੱਜ ਦੇ ਪ੍ਰਕਰਨ ਵੱਲ ਅੱਗੇ ਹੋਣਾ ਹੈ ਤੇ ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਵਿੱਚੋਂ ਕੁਝ ਬੇਨਤੀ ਕਰਨੀ ਹੈ। ਉਸ ਗਿਆਨ ਨਾਲ, ਜੇ ਉਸ ਅਨਭਵੀ ਗਿਆਨ ਨੂੰ ਹਾਸਲ ਕਰਨਾ ਹੈ ਤੇ ਕਿਹੜੀ ਉਹ ਥਾਂ ਹੈ? ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਬਚਨ ਵਿੱਚ ਕਿਹਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਕਹਿੰਦੇ ਨੇ ਇਹ ਦੁਨੀਆ ਦੇ ਲੋਗੋ, ਪ੍ਰਮਾਣਿਕ ਗੁਰੂ ਦੇ ਬਚਨ ਕੇਵਲ ਇੱਕ ਨੇ। ਗੁਰੂ ਇੱਕ ਹੈ ਤੇ ਉਸ ਇੱਕ ਗੁਰੂ ਦੇ ਸ਼ਬਦ ਨੂੰ, ਜਿਸ ਸ਼ਬਦ ਵਿੱਚ ਗੁਰੂ ਆਪ ਸਮਾਇਆ ਹੈ, ਉਸ ਪਵਿੱਤਰ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਫਿਰ ਇਹ ਹਜ਼ੂਰ ਕਹਿੰਦੇ ਨੇ ਇੱਕ ਖਜ਼ਾਨਾ ਹੈ ਜਿਸ ਵਿੱਚ ਸਚਾਈ ਭਰਪੂਰ ਹੈ। ਜਿਹੜਾ ਇਸ ਖਜ਼ਾਨੇ ਦਾ ਵਪਾਰ ਕਰਦਾ ਹੈ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਸਵੀਕਾਰ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲੇ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਇੱਕ ਉਹ ਖਜ਼ਾਨਾ ਹੈ ਜਿਹਦੇ ਵਿੱਚ ਤੋਟਾ ਨਹੀਂ ਆਉਣਾ, ਜਿਸ ਵਿੱਚ ਘਾਟਾ ਨਹੀਂ ਪੈਣਾ, ਤੇ ਜਿਸ ਗੁਰਬਾਣੀ ਨੂੰ ਜਿਤਨਾ ਕੋਈ ਦਿਨ ਰਾਤ ਖਰਚੇਗਾ, ਵਰਤੇਗਾ, ਖਾਏਗਾ, ਉਹਨਾਂ ਇਸ ਖਜ਼ਾਨੇ ਵਿੱਚ ਵਾਧਾ ਹੋਵੇਗਾ ਤੇ ਖਾਣ ਖਰਚਣ ਵਾਲੇ ਦੇ ਅੰਦਰ ਨੂੰ ਉਹਨਾਂ ਆਤਮਿਕ ਸਕੂਨ ਮਿਲੇਗਾ। ਜਿਵੇਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੇ ਗੁਰਬਾਣੀ ਦੇ ਇਸ ਖਜ਼ਾਨੇ ਦੇ ਪ੍ਰਤੀ, ਸਤਿਗੁਰੂ ਦੇ ਸ਼ਬਦ ਦੇ ਭੰਡਾਰ ਦੇ ਪ੍ਰਤੀ ਆਪਣੀ ਮੁਬਾਰਕ ਰਸਨਾ ਤੋਂ ਇੱਕ ਸ਼ਬਦ ਕਿਹਾ ਹੈ। ਉਹ ਸ਼ਬਦ ਵਿੱਚ ਇਸ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਦੀ ਵਿਚਾਰ ਦਿੰਦਿਆਂ, ਇਸ ਖਜ਼ਾਨੇ ਦਾ ਜ਼ਿਕਰ ਕਰਦਿਆਂ ਮਹਾਰਾਜ ਜੀ ਨੇ ਫਰਮਾਇਆ, ਖਾਮ ਧਨਵੰਤ ਭਾਗਤ ਸੱਚ ਨਾਏ। ਕਹਿੰਦੇ ਨੇ ਅਸੀਂ ਅੱਜ ਧਨਾਢ ਹੋ ਗਏ, ਅਸੀਂ ਭਾਗਾਂ ਵਾਲੇ ਹਾਂ ਕਿਉਂਕਿ ਪਰਿਪੂਰਨ ਪਰਮਾਤਮਾ ਦਾ ਸੱਚਾ ਨਾਮ ਸਾਨੂੰ ਨਸੀਬ ਹੋਇਆ। ਖਮ ਤਨ ਭਾਵੰਤ ਭਾਗੜ ਸਚ ਨਾਏ, ਖਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਆਪਣੇ ਬਜ਼ੁਰਗਾਂ ਦਾ, ਆਪਣੇ ਵੱਡੇ ਵਡੇਰਿਆਂ ਦਾ ਅਨਭਵੀ ਜਿਹੜੇ ਵਚਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਸੁਣਾਏ ਸੀ, ਸੱਚ ਕੀ ਬੇਲਾ ਜਿਹੜੇ ਰੱਬੀ ਬੋਲ ਨੇ। ਮਹਾਰਾਜ ਕਹਿੰਦੇ ਨੇ ਪਿਓ ਦਾਦੇ ਦੇ ਖਜ਼ਾਨੇ ਨੂੰ ਦੇਖਿਆ, ਸਾਡੇ ਅੰਦਰ ਦੀ ਤਸੱਲੀ ਹੋ ਗਈ। ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਇਸ ਪਵਿੱਤਰ ਸ਼ਬਦ ਦਾ ਮੁੱਲ ਰਤਨਾਂ ਨਾਲ ਨਹੀਂ ਪੈ ਸਕਦਾ, ਲਾਲਾਂ ਨਾਲ ਨਹੀਂ ਪਾਇਆ ਜਾ ਸਕਦਾ। ਸੱਚ ਐਵੇਂ ਕਿ ਸਾਰੀ ਦੁਨੀਆ ਦੀ ਦੌਲਤ ਖਜ਼ਾਨਾ ਇੱਕ ਪਾਸੇ ਰੱਖ ਦਿਓ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ਬਦ ਇੱਕ ਪਾਸੇ ਰੱਖ ਦਿਓ, ਸਾਰੀ ਦੁਨੀਆ ਦਾ ਖਜ਼ਾਨਾ ਵੀ ਮੇਰੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਕੀਮਤ ਅਦਾ ਨਹੀਂ ਕਰ ਸਕਦਾ।
ਇਹਦੀ ਕੀਮਤ ਪਾਈ ਨਹੀਂ ਜਾ ਸਕਦੀ। ਮਹਾਰਾਜ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਹਦੇ ਮਸਤਕ ਦੇ ਲੇਖ ਨੇ ਮੇਰੇ ਗੁਰੂ ਨੇ ਕਿਰਪਾ ਕਰਕੇ ਉਸ ਨੂੰ ਇਸ ਬਾਣੀ ਦੇ ਸ਼ਬਦ ਦੇ ਖਜ਼ਾਨੇ ਵਿੱਚ ਮਿਲਾ ਲਿਆ। ਭਾਈ ਸਾਹਿਬ ਮੰਗਲ ਕਰ ਰਹੇ ਸਨ ਅੱਜ ਇਸ ਪਵਿੱਤਰ ਬਚਨ ਨੂੰ ਪੜਨ ਤੋਂ ਪਹਿਲਾਂ ਕਿ ਤਿੱਚਰ ਮੂਲ ਨਾ ਥੋੜੀਂਦੋ। ਇਸ ਨਾਮ ਦਾ ਖਜ਼ਾਨਾ, ਬਾਣੀ ਦਾ ਖਜ਼ਾਨਾ, ਰੂਹਾਨੀਅਤ ਦਾ ਖਜ਼ਾਨਾ ਕੱਟਣਾ ਨਹੀਂ। ਤਿੱਚਰ ਮੂਲ ਨਾ ਥੋੜੀਂਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਤਨ। ਮਾਲ ਸਿਰ ਮੈਂ ਸੰਖੇਪ ਜੀ ਬੇਨਤੀ ਕਰ ਸਕਾਂ। ਇੱਕ ਤਾਂ ਇਹ ਖਜ਼ਾਨਾ ਸੱਚ ਦਾ, ਸੱਚ ਨਾਲ ਭਰਪੂਰ ਹੈ। ਦੂਜਾ ਸ਼ਬਦ ਗੁਰਦੇਵ ਨੇ ਵਰਤਿਆ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਕ ਗੁਰੂ ਕੀ ਬਾਣੀ, ਸਿਧਾਂਤ ਇੱਕ ਹੈ, ਵਿਚਾਰ ਇੱਕ ਹੈ, ਅੰਦਰ ਦਾ ਗਿਆਨ ਇੱਕ ਹੈ, ਤੇ ਨਾਲ ਮਹਾਰਾਜ ਕਹਿੰਦੇ ਨੇ ਉਸ ਇੱਕ ਗੁਰੂ ਦੇ ਸ਼ਬਦ ਨੂੰ ਵਿਚਾਰੋ। ਥੋੜਾ ਜਿਹਾ ਆਓ ਅਸੀਂ ਬਾਣੀ ਦੀ ਬੰਤਰ ਵਿੱਚੋਂ ਇਹ ਵਿਚਾਰ ਕਰ ਲਈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਸਭ ਤੋਂ ਪਹਿਲਾਂ ਹਜ਼ੂਰ ਨੇ ਮੂਲ ਮੰਤਰ ਦਰਜ ਕੀਤਾ ਹੈ। ਜਪਜੀ ਸਾਹਿਬ ਦੀ ਬਾਣੀ ਦੀ ਪ੍ਰਾਰੰਭਤਾ ਤੋਂ ਉਸ ਮੂਲ ਮੰਤਰ ਦੀ ਪ੍ਰਾਰੰਭਤਾ ਹਜ਼ੂਰ ਨੇ ਕੀਤੀ ਹੈ ਇੱਕ ਓੰਕਾਰ। ਬੇਨਤੀ ਹੈ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਹਜ਼ੂਰ ਨੇ ਇੱਕ ਓੰਕਾਰ ਇਸ ਤੋਂ ਪ੍ਰਾਰੰਭਤਾ ਕੀਤੀ ਹੈ। ਭਾਵਾਂ ਕਿ ਇਸ ਨੂੰ ਅਸੀਂ ਜਦੋਂ ਪੜ੍ਹਨੇ ਆ ਤੇ ਇਸ ਦੇ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਹਜ਼ੂਰ ਨੇ ਸੈਂਕੜੇ ਵਾਰ ਇੱਕ ਓੰਕਾਰ ਸ਼ਬਦ ਦੀ ਵਰਤੋਂ ਕੀਤੀ ਹੈ। ਖਾਸ ਕਰਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਅਸੀਂ ਇਹ ਮੰਗਲ ਪੜ੍ਹਨੇ ਆ ਤੇ 524 ਵਾਰ ਗੁਰਦੇਵ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਜਦੋਂ ਅਸੀਂ ਇਹ ਪੂਰਾ ਮੰਗਲ ਪੜ੍ਹਨੇ ਆ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ 33 ਵਾਰ ਇਸ ਮੰਗਲ ਨੂੰ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸ਼ਬਦ ਦੀ ਵਰਤੋਂ ਹਜ਼ੂਰ ਨੇ ਕੀਤੀ, ਪਰ ਸਾਰੀਆਂ ਥਾਵਾਂ ਤੇ ਇੱਕ ਪਹਿਲਾ ਲਿਖਿਆ। ਥੋੜਾ ਜਿਹਾ ਇਸ ਨੂੰ ਬੇਨਤੀ ਨੂੰ ਧਿਆਨ ਨਾਲ, ਇੱਕ ਦਿਨ ਦਾਸ ਨੇ ਮੰਜੀ ਸਾਹਿਬ ਵੀ ਇਸ ਸੰਬੰਧ ਵਿੱਚ ਇੱਕ ਬੇਨਤੀ ਕੀਤੀ ਸੀ। ਹੁਣ ਇੱਕ ਓੰਕਾਰ ਨਾਲ ਬਾਣੀ ਦੀ ਪ੍ਰਾਰੰਭਤਾ ਹੈ। ਹਾਲਾਂਕਿ ਬਾਣੀ ਵਿੱਚ ਇੱਕ ਸ਼ਬਦ ਗੁਰਦੇਵ ਨੇ ਅੱਖਰਾਂ ਵਿੱਚ ਵੀ ਲਿਖਿਆ ਹੈ। ਈੜੀ ਨੂੰ ਸਿਆਰੀ ਤੇ ਕੱਕਾ, ਇਹ ਵੀ ਸ਼ਬਦ ਹੈ, ਇੱਕ ਇਹ ਅੱਖਰਾਂ ਵਿੱਚ ਹੈ। ਈੜੀ ਨੂੰ ਸਿਆਰੀ, ਕੱਕੇ ਨੂੰ ਔਂਕੜ। ਹਜ਼ੂਰ ਨੇ ਇਹ ਵੀ ਇੱਕ ਸ਼ਬਦ ਦਰਜ ਕੀਤਾ ਹੈ। ਤੀਸਰਾ ਅਸੀਂ ਪੜ੍ਹਨੇ ਆ ਈੜੀ ਨੂੰ ਸਿਆਰੀ, ਕੱਕੇ ਨੂੰ ਸਿਆਰੀ ਇੱਕ। ਪਰ ਜਦੋਂ ਗੁਰਦੇਵ ਨੇ ਓੰਕਾਰ ਤੋਂ ਪਹਿਲਾਂ ਲਿਖਿਆ ਤੇ ਉੱਥੇ ਸਤਿਗੁਰੂ ਨੇ ਈੜੀ ਨੂੰ ਸਿਆਰੀ ਕੱਕਾ ਨਹੀਂ ਪਾਇਆ, ਅੱਖਰਾਂ 'ਚ ਇੱਕ ਨਹੀਂ ਲਿਖਿਆ। ਮੇਰੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾਂ ਹਜ਼ੂਰ ਨੇ ਅੱਖਰ ਦੀ ਥਾਂ ਤੇ ਅੰਕ ਵਿੱਚ, ਖਿੰਦਸਿਆਂ ਵਿੱਚ ਇਹ ਲਿਖ ਦਿੱਤਾ ਇੱਕ। ਹਾਲਾਂਕਿ ਜਦੋਂ ਅਸੀਂ ਮਹੱਲਾ ਸ਼ਬਦ ਪੜ੍ਹਨੇ, ਥੋੜਾ ਜਿਹਾ ਇਹਨੂੰ ਧਿਆਨ ਨਾਲ ਬੇਨਤੀ ਮੇਰੀ ਸਮਝਿਓ ਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜੋਤ ਇੱਕ ਹੈ, ਬਾਣੀ ਇੱਕ ਹੈ, ਸਿਧਾਂਤ ਇੱਕ ਹੈ, ਨਾਮ ਇੱਕ ਹੈ, ਸੰਗਤ ਇੱਕ ਹੈ, ਪੰਗਤ ਇੱਕ ਹੈ, ਅੰਮ੍ਰਿਤ ਇੱਕ ਹੈ, ਰਹਿਤ ਇੱਕ ਹੈ। ਇਹ ਗੱਲ ਵੱਖਰੀ ਕਿ ਅਗਿਆਨਤਾ ਅਧੀਨ ਲੋਕ ਉਸ ਏਕਤਾ ਵਿੱਚ ਅਨੇਕਤਾ ਦੀਆਂ ਵੰਡੀਆਂ ਪਾਉਣ ਦਾ ਯਤਨ ਕਰਦੇ। ਥੋੜੀ ਜੀ ਬੇਨਤੀ ਫਿਰ ਮੈਂ ਅਰਜ਼ ਕਰਾਂ ਕਿ ਹਜ਼ੂਰ ਨੇ ਈੜੀ ਨੂੰ ਸਿਹਾਰੀ ਕੱਕਾ ਇੱਕ ਨਹੀਂ ਪਾਇਆ, ਉੱਥੇ ਸਤਿਗੁਰੂ ਨੇ ਅੰਕ ਦਾ ਇੱਕ ਪਾਇਆ ਹੈ। ਹਾਲਾਂਕਿ ਓੰਕਾਰ ਸ਼ਬਦ ਦੀ ਵਰਤੋਂ ਹਿੰਦੁਸਤਾਨ ਦੇ ਸਾਹਿਤ ਵਿੱਚ ਵੈਦਿਕ ਯੁੱਗ ਵਿੱਚ ਵੀ ਸਾਨੂੰ ਮਿਲਦੀ ਹੈ। ਉਹਨਾਂ ਨੇ ਓਮ ਸ਼ਬਦ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ। ਜਿਵੇਂ ਸ਼ਬਦ ਓਮ ਬੋਲਿਆ ਜਾਂਦਾ ਹੈ, ਊੜਾ ਐੜਾ ਤੇ ਮੰਮਾ, ਉਸ ਸਾਊਂਡ ਦੀਆਂ, ਉਸ ਨਾਦ ਦੀਆਂ 3 ਟੁਕੜੇ ਬਣਾ ਦਿੱਤੇ ਗਏ।
ਉਹਨੂੰ ਤਿੰਨ ਦੇਵਤਿਆਂ ਦੇ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ, ਊੜਾ ਐੜਾ ਤੇ ਮੰਮਾ। ਪਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਓੰਕਾਰ ਬ੍ਰਹਮਵਾਚਕ ਹੈ, ਉਹ ਕਿਸੇ ਦੇਵੀ ਦੇਵਤੇ ਦਾ ਵਾਚਕ ਨਹੀਂ। ਸਤਿਗੁਰੂ ਨੇ ਤਾਂ ਇੱਥੋਂ ਤੱਕ ਬਾਣੀ ਵਿੱਚ ਕਿਹਾ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਪਏ, ਓੰਕਾਰ ਵੇਦਨ ਮੈਂ। ਕਹਿੰਦੇ ਨੇ ਓੰਕਾਰ ਨੇ ਤਾਂ ਬ੍ਰਹਮਾ ਨੂੰ ਪੈਦਾ ਕੀਤਾ ਹੈ, ਉਸ ਪਰਮ ਸ਼ਕਤੀ ਨੇ ਬ੍ਰਹਮਵਾਚਕ ਨੇ। ਉਸ ਓੰਕਾਰ ਵਿੱਚੋਂ ਗਿਆਨ ਦੇ ਗ੍ਰੰਥ ਪੈਦਾ ਹੋਏ ਨੇ, ਉਸ ਓੰਕਾਰ ਦੇ ਨਾਦ ਵਿੱਚੋਂ ਪੂਰਾ ਦ੍ਰਿਸ਼ਟਮਾਨ ਸੰਸਾਰ ਦਿਸਿਆ ਹੈ। ਪਰ ਉਹਨਾਂ ਨੇ ਇਸ ਦੇ ਤਿੰਨ ਹਿੱਸੇ ਬਣਾ ਦਿੱਤੇ, ਬ੍ਰਹਮਾ, ਵਿਸ਼ਮ ਤੇ ਮਹੇਸ਼। ਸਤਿਗੁਰੂ ਨੇ ਓੰਕਾਰ ਤੋਂ ਪਹਿਲਾਂ ਇੱਕ ਲਿਖ ਦਿੱਤਾ, ਤੇ ਉਸ ਦਿਨ ਦਾਸ ਨੇ ਅਰਜ਼ ਕੀਤੀ ਸੀ ਕਿ ਸ਼ਬਦ ਦੇ ਅਰਥ ਇੱਕ ਤੋਂ ਦੋ ਹੋ ਸਕਦੇ। ਗੱਲ ਧਿਆਨ ਨਾਲ ਸੁਣਿਓ, ਸ਼ਬਦ ਦੇ ਅਰਥ ਦੋ ਤੋਂ ਤਿੰਨ ਹੋ ਸਕਦੇ ਨੇ, ਸ਼ਬਦ ਦੇ ਅਰਥ ਕਈ ਹੋ ਸਕਦੇ ਨੇ। ਜਿਵੇਂ ਹੁਣ ਸ਼ਬਦ ਘਰ ਹੈ, ਉਚਾਰਨ ਅਸੀਂ ਕਰਨੇ ਆ ਘਰ, ਪਰ ਯਾਦ ਰੱਖੋ ਘਰ ਸ਼ਬਦ ਦਾ ਅਰਥ ਇੱਕ ਨਹੀਂ ਹੋਵੇਗਾ, ਘਰ ਸ਼ਬਦ ਦੇ ਅਰਥ ਕਈ ਹੋ ਜਾਂਦੇ ਨੇ। ਘਰ ਦਾ ਅਰਥ ਰਾਗ ਨਾਲ ਸੰਬੰਧਿਤ ਹੈ, ਘਰ ਪੰਜਵਾਂ, ਘਰ ਛੇਵਾਂ, 17 ਤਾਂ ਘਰ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ। ਉਹ ਜਦੋਂ ਰਾਗ ਨਾਲ ਘਰ ਸ਼ਬਦ ਹੁੰਦਾ ਹੈ, ਉਹਦਾ ਸੰਬੰਧ ਗਾਉਣ ਨਾਲ ਹੈ। ਘਰ ਸ਼ਬਦ ਦਾ ਅਰਥ ਸਾਡਾ ਹਿਰਦਾ ਵੀ ਹੈ ਕਿ ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਘਰ ਦਾ ਅਰਥ ਇਸਤਰੀ ਵੀ ਹੈ, ਘਰ ਕਾ ਮਾਸ ਚੰਗੇਰਾ। ਘਰ ਦਾ ਅਰਥ ਪਰਮ ਅਵਸਥਾ ਵੀ ਹੈ ਕਿ ਹਰਖ ਅਨੰਤ ਸੋਗ ਨਿਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਘਰ ਦਾ ਅਰਥ ਪ੍ਰਭੂ ਚਰਨਾਂ ਵਿੱਚ ਨਿਵਾਸ ਵੀ ਹੈ ਕਿ ਨਿਜ ਕਰ ਮਹਿਲ ਪਾਓ, ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਮੈਂ ਬੇਨਤੀ ਕਰ ਸਕਾਂ, ਸ਼ਬਦ ਦੇ ਅਰਥ ਅਨੇਕ ਹੋ ਜਾਂਦੇ, ਸ਼ਬਦ ਦੇ ਅਰਥ ਦੋ ਹੋਣਗੇ, ਤਿੰਨ ਹੋਣਗੇ। ਹੁਣ ਮੰਨ ਲਓ ਮੈਂ ਸ਼ਬਦ ਅੱਖਰ ਵੀ ਵਰਤ ਰਿਹਾ ਹਾਂ, ਲਫ਼ਜ਼ ਵਰਤ ਰਿਹਾ, ਹੁਣ ਸ਼ਬਦ ਦੇ ਅਰਥ ਵੀ ਕਿਹੜੇ ਇੱਕ ਨੇ। ਸ਼ਬਦ ਦਾ ਅਰਥ ਬੋਲ, ਸ਼ਬਦ ਦਾ ਅਰਥ ਬਾਣੀ, ਸ਼ਬਦ ਦਾ ਅਰਥ ਉਪਦੇਸ਼, ਸ਼ਬਦ ਦਾ ਅਰਥ ਪਰਮਾਤਮਾ, ਸ਼ਬਦ ਦਾ ਅਰਥ ਗੁਰੂ, ਸ਼ਬਦ ਦਾ ਅਰਥ ਧੁਰ ਕੀ ਬਾਣੀ। ਪਿਆਰਿਓ, ਅੱਖਰਾਂ ਨਾਲ ਬਣੇ ਕੋਈ ਸ਼ਬਦਾਂ ਦੇ ਅਰਥ 1 2 4 5 7 ਹੋ ਜਾਂਦੇ ਨੇ, ਪਰ ਜਿਹੜੇ ਅੰਕ ਹੁੰਦੇ ਨੇ ਉਹਨਾਂ ਦੇ ਕਦੀ ਦੋ ਅਰਥ ਨਹੀਂ ਹੋ ਸਕਦੇ। ਹੁਣ ਇੱਕ ਦੇ ਅਰਥ ਕੋਈ ਦੋ ਕਰਕੇ ਦਿਖਾਵੇ, ਇੱਕ ਦਾ ਅਰਥ ਕੇਵਲ ਇੱਕ ਹੋਵੇਗਾ। ਹੁਣ ਦੋ ਹੈ, ਦੋ ਦੇ ਅਰਥ ਕੋਈ ਚਾਰ ਕਰਕੇ ਦਿਖਾ ਦੇਗਾ। ਜਦੋਂ ਆਪਾਂ ਅੰਕਾਂ ਦੀ ਗਿਣਤੀ ਕਰਾਂਗੇ, ਇੱਕ ਦੇ ਅਰਥ ਨੇ ਕੇਵਲ ਇੱਕ। ਤੇ ਚੇਤੇ ਰੱਖਿਓ, ਇੱਕ ਓੰਕਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੋਂ ਸ਼ੁਰੂ ਹੋਈ, ਇਹਦਾ ਮਤਲਬ ਉਹ ਅਦੁੱਤੀ ਪਾਰ ਬ੍ਰਹਮ ਪਰਮਾਤਮਾ, ਜਿਸ ਇੱਕ ਦਾ ਨਾ ਕੋਈ ਟੁਕੜਾ ਕਰ ਸਕਦਾ ਹੈ, ਨਾ ਉਹਦੇ ਹਿੱਸੇ ਕਰ ਸਕਦਾ ਹੈ। ਤੇ ਸੱਚ ਇਹ ਉਸ ਇੱਕ ਵਰਗਾ ਹੋਰ ਸੰਸਾਰ ਤੇ ਕੋਈ ਹੈ ਵੀ ਨਹੀਂ, ਇੱਕ ਸਿਰਫ ਪਰਮਾਤਮਾ। ਇਸੇ ਕਰਕੇ ਮਹਾਰਾਜ ਜੀ ਨੇ ਇੱਕ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਬਾਣੀ ਵਿੱਚ। ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ ਤੇ ਮਹਾਰਾਜ ਨੇ 5ਵੀਂ ਪੌੜੀ ਦੇ ਅੰਤਲੀਆਂ ਤੁਕਾਂ ਕਹੀਆਂ, ਗੁਰਾ ਇੱਕ ਦੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਕਿਆ ਹੈ। ਦੋ ਦਾਤੇ ਚਾਰ ਦਾਤੇ ਨਹੀਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿਵੇਂ ਸਤਿਗੁਰੂ ਦੇ ਬਚਨ ਪੜ੍ਹਦੇ ਆ, ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਜਾਂ ਗੁਰਦੇਵ ਦੇ ਬਚਨ ਨੇ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਕੇਵਲ ਇੱਕ ਪਰਮਾਤਮਾ, ਏਕੋ ਜਪ, ਏਕੋ ਸਾਲਾਹੇ, ਏਕ ਸਿਮਰ, ਏਕੋ ਮਨ ਆਹੇ, ਏਕ ਇਸਕੇ ਗੁਣ ਗਾਓ ਅਨੰਤ। ਮਹਾਰਾਜ ਕਹਿੰਦੇ ਕੇਵਲ ਇੱਕ, ਉਸ ਇੱਕ ਵਿੱਚੋਂ ਸਭ ਕੁਝ ਸਿਰਜਿਆ ਗਿਆ ਹੈ। ਜਿਸ ਤਰ੍ਹਾਂ ਉਸ ਪਰਿਪੂਰਨ ਪਰਮਾਤਮਾ ਪਰਮ ਸਤਾ ਨੂੰ ਗੁਰਬਾਣੀ ਨੇ ਅਦੁੱਤੀ ਕੇਵਲ ਇੱਕ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ, ਉੱਥੇ ਦੋ ਜਾਂ ਤਿੰਨ ਨਹੀਂ। ਹਾਲਾਂਕਿ ਕਿ ਹਿੰਦੁਸਤਾਨ ਦੇ ਜਦੋਂ ਅਸੀਂ ਸਨਾਤਨ ਧਰਮ ਨੂੰ ਦੇਖਨੇ ਹਾਂ, ਉਹਨਾਂ ਨੇ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ, ਬ੍ਰਹਮਾ ਵਿਸ਼ਮ ਦੇ ਮਹੇਸ਼ ਰੂਪ ਵਿੱਚ। ਪਰ ਗੁਰਮਤਿ ਨੇ ਕਿਹਾ ਨਹੀਂ, ਉਹਦੇ ਤਿੰਨ ਹਿੱਸੇ ਨਹੀਂ, ਉਹ ਕੇਵਲ ਇੱਕ ਹੈ। ਤਾਂ ਹੀ ਸਾਹਿਬ ਨੇ ਜਪਜੀ ਸਾਹਿਬ ਵਿੱਚ ਬਚਨ ਕਹੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਗੁਰਮਤਿ ਨੇ ਸ਼ਬਦ ਕਹੇ ਕਿ ਉਹ ਤਿੰਨ ਨਹੀਂ, ਕੇਵਲ ਇੱਕ ਹੈ। ਜਿਵ ਤਿਸ ਭਾਵੈ ਤਿਮੈ ਚਲਾਵੈ, ਜਿਵ ਹੋਵੈ ਫੁਰਮਾਨ। ਥੋੜਾ ਜਿਹਾ ਆਓ ਹੋਰ ਅਸੀਂ ਬਾਣੀ ਚੋਂ ਦੇਖੀ
ਕਿ ਇੱਕਾ ਬਾਣੀ, ਇੱਕੋ ਗੁਰੂ ਹੈ ਤੇ ਇੱਕੋ ਸ਼ਬਦ ਦੀ ਵਿਚਾਰ ਹੈ। ਦੇਖੋ ਅਸੀਂ ਬਾਣੀ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 6 ਗੁਰੂ ਸਾਹਿਬਾਨਾਂ ਦੇ ਅੰਮ੍ਰਿਤ ਬੋਲ ਨੇ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਵਿੱਚ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ 63 ਸ਼ਲੋਕ ਨੇ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿੱਚ ਹੈ। ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬੋਲ 30 ਰਾਗਾਂ ਵਿੱਚ ਨੇ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ 30 ਰਾਗਾਂ ਵਿੱਚ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਵਿੱਚ ਹੈ। ਸਿਰਫ ਇੱਕ ਬੇਨਤੀ ਕਰ ਲਈ ਕਿ ਇੱਕ ਜੋਤ ਹੈ। ਚੋਲੇ ਬਦਲਦੇ ਰਹੇ ਨੇ ਪਰ ਯਾਦ ਰੱਖਿਓ ਜੋਤ ਨਹੀਂ ਬਦਲੀ। ਧੰਨ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਨੇ, ਥੋੜੀ ਜਿਹੀ ਇੱਥੇ ਇੱਕ ਨੁਕਤਾ ਹੈ ਸਮਝਣ ਵਾਲਾ ਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਕੇਵਲ ਇੱਕ ਸਿਧਾਂਤ ਹੈ ਬਾਣੀ ਦਾ। ਪਹਿਲੀ ਮੈਂ ਬੇਨਤੀ ਕੀਤੀ ਕਿ 524 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਆ ਹੈ। ਹੁਣ ਕੁਝ ਭਗਤ ਐਸੇ ਨੇ ਜਿਨ੍ਹਾਂ ਦਾ ਇੱਕ ਇੱਕ ਸ਼ਬਦ ਹੈ, ਪਰ ਗੁਰਦੇਵ ਨੇ ਉਹਨਾਂ ਭਗਤਾਂ ਦੇ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿਹੜਾ ਮੰਗਲ ਦਰਜ ਕੀਤਾ ਉਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਬਾਬੇ ਫਰੀਦ ਦੇ ਗੁਰੂ ਗ੍ਰੰਥ ਸਾਹਿਬ ਵਿੱਚ 4 ਸ਼ਬਦ ਨੇ। 130 ਸ਼ਲੋਕਾਂ ਵਿੱਚੋਂ 112 ਸ਼ਲੋਕ ਨੇ, ਪਰ ਬਾਬਾ ਸਾਹਿਬ ਦੀ ਸਾਰੀ ਬਾਣੀ ਵਿੱਚ ਉਹਨਾਂ ਨੇ ਕਿਤੇ ਓੰਕਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ। ਕਬੀਰ ਸਾਹਿਬ ਦੇ ਸੈਂਕੜੇ ਸ਼ਬਦ ਨੇ, ਨਾਮਦੇਵ ਜੀ ਦੇ 63 ਸ਼ਬਦ ਨੇ, ਭਗਤ ਰਵਿਦਾਸ ਸਾਹਿਬ ਜੀ ਦੇ 40 ਸ਼ਬਦ ਨੇ, ਭਗਤ ਪਰਮਾਨੰਦ, ਰਾਮਾਨੰਦ, ਸੂਰਦਾਸ, ਬੇਨੀ ਜੀ, ਪੀਪਾ ਜੀ, ਭਗਤ ਧੰਨਾ ਜੀ, ਇਹਨਾਂ ਸਾਰਿਆਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ। 11 ਭੱਟਾਂ ਦੇ ਅੰਮ੍ਰਿਤ ਬੋਲ ਨੇ, ਗੁਰੂ ਕੇ ਰਬਾਬੀਆਂ ਦੇ ਅੰਮ੍ਰਿਤ ਬੋਲ ਨੇ, ਬਾਬਾ ਸੁੰਦਰ ਜੀ ਦੇ ਅੰਮ੍ਰਿਤ ਬੋਲ ਨੇ। ਬੇਨਤੀ ਮੇਰੀ ਧਿਆਨ ਨਾਲ ਸੁਣਿਓ, ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹਨਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦਾ ਸਿਧਾਂਤ ਕੇਵਲ ਇੱਕ ਹੈ। ਗੁਰਦੇਵ ਨੇ ਇੱਕ ਕਿਰਪਾ ਕੀਤੀ। ਦੇਖੋ ਕੋਈ ਭਗਤ ਬਾਣੀ ਕਿਸੇ ਦੀ ਹੋਵੇ, ਉਹਦੇ ਆਰੰਭ ਵਿੱਚ ਕਿਆ ਲਿਖ ਦਿੱਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਮੰਗਲ ਤਾਂ ਗੁਰੂ ਅਰਜੁਨ ਦੇਵ ਜੀ ਨੇ ਦਰਜ ਕੀਤੇ ਨੇ, ਮੰਗਲ ਤਾਂ 5ਵੇਂ ਗੁਰਦੇਵ ਨੇ ਭਾਈ ਗੁਰਦਾਸ ਸਾਹਿਬ ਤੋਂ ਲਿਖਾਏ ਨੇ। ਕਬੀਰ ਸਾਹਿਬ ਦੇ ਆਰੰਭ ਵਿੱਚ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਬੇ ਫਰੀਦ ਦੀ ਰਚਨਾ ਤੋਂ ਵੀ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਗਤ ਪੀਪਾ ਜੀ ਦੀ ਰਚਨਾ, ਬੇਣੀ ਜੀ ਦੀ ਰਚਨਾ, ਧੰਨਾ ਜੀ ਦੀ ਰਚਨਾ, ਭੱਟਾਂ ਦੇ ਸਵਈਏ, ਰਬਾਬੀਆਂ ਦੀ ਵਾਰ, ਬਾਬਾ ਸੁੰਦਰ ਜੀ ਦਾ ਸੱਦ, ਆਰੰਭਤਾ ਵਿੱਚ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦਾ ਕਾਰਨ ਕੀ ਸੀ? ਇਹ ਸੈਂਕੜੇ ਵਾਰੀ ਦਰਜ ਕਰਕੇ ਗੱਲ ਸਮਝਾ ਦਿੱਤੀ। ਬਾਣੀ ਦਾ ਪਾਠ ਕਰਨ ਵਾਲਿਓ, ਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲਿਓ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਿਓ, ਭਾਵੇਂ ਨਾਮਦੇਵ ਉਸ ਇੱਕ ਓੰਕਾਰ ਨੂੰ ਬੀਠਲ ਕਹਿ ਕੇ ਪੁਕਾਰਦੇ ਨੇ, ਕਬੀਰ ਸਾਹਿਬ ਉਹਨੂੰ ਰਾਮ ਕਹਿ ਕੇ ਪੁਕਾਰਦੇ ਨੇ, ਰਵਿਦਾਸ ਸਾਹਿਬ ਉਹਨੂੰ ਦੀਨ ਦਿਆਲ ਕਹਿ ਕੇ ਪੁਕਾਰਦੇ ਨੇ, ਬਾਬਾ ਫਰੀਦ ਸਾਹਿਬ ਉਹਨੂੰ ਅੱਲਾਹ, ਰੱਬ ਕਹਿ ਕੇ ਪੁਕਾਰਦੇ ਨੇ। ਭਾਵੇਂ ਉਹਨੂੰ ਕੋਈ ਰਾਮ ਕਹੇ, ਗੋਪਾਲ ਕਹੇ, ਬੀਠਲ ਕਹੇ, ਮੁਰਾਰੀ ਕਹੇ, ਅੱਲਾਹ ਕਹੇ, ਰੱਬ ਕਹੇ, ਦਾਤਾ ਕਹੇ, ਦੀਨ ਦਿਆਲ ਕਹੇ, ਸ਼ਬਦ ਕਿਸੇ ਵੀ ਭਗਤ ਦਾ ਪੜਿਓ, ਪਰ ਸਾਰੀ ਗੁਰਬਾਣੀ ਦਾ ਕੇਵਲ ਇੱਕੋ ਸਿਧਾਂਤ ਕਹੇ ਕਿ ਪਰਿਪੂਰਨ ਪਰਮਾਤਮਾ ਇੱਕ ਹੈ। ਉਸ ਇੱਕ ਨਾਲ ਮਿਲਣ ਦਾ ਜ਼ਰੀਆ ਵਸੀਲਾ ਕੇਵਲ ਸਤਿਗੁਰ ਪ੍ਰਸਾਦ ਹੈ। ਇਹ ਤਾਂ ਦਰਜ ਕੀਤਾ ਸੈਂਕੜੇ ਵਾਰੀ ਕਿ ਇਹ ਗੱਲ ਕਿਤੇ ਭੁੱਲ ਨਾ ਜਾਈਏ ਕਿ ਕਬੀਰ ਸਾਹਿਬ ਵੱਖ ਬੋਲ ਰਹੇ ਨੇ, ਪੀਪਾ ਜੀ ਵੱਖ ਬੋਲ ਰਹੇ ਨਹੀਂ। ਕਹਿਣ ਲੱਗੇ ਸ਼ਬਦ ਉਹਨਾਂ ਦੇ ਵੱਖ-ਵੱਖ, ਲਫ਼ਜ਼ ਵੱਖਰੇ ਵੱਖਰੇ ਨੇ, ਪਰ ਸਿਧਾਂਤ ਸਾਰਿਆਂ ਦਾ ਕੇਵਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਅਗਲੀ ਵਾਰੀ ਮੈਂ ਬੇਨਤੀ ਹੋਰ ਕਰਨੀ ਚਾਹਾਂਗਾ। ਦੇਖੋ ਗੁਰੂ ਨਾਨਕ ਸਾਹਿਬ ਦੀ ਜੋਤ ਤੁਰ ਦਰਗਾਹ ਤੋਂ ਗੁਰੂ ਬਣ ਕੇ ਆਏ, ਤਾਂ ਹੀ ਅਸੀਂ ਪੜ੍ਹਨੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਖੋਵਾ। ਉਹ ਸਤਿਗੁਰੂ ਬਣ ਕੇ ਪ੍ਰਗਟ, ਜਾਂ ਭਾਈ ਸਾਹਿਬ ਨੇ ਕਿਹਾ ਕੱਲ ਤਾਰਨ ਗੁਰੂ ਨਾਨਕ ਆਇਆ। ਉਹਨਾਂ ਦੇ ਤਾਂ ਸ਼ਬਦ ਨੇ ਕਿ ਸਤਿਗੁਰੂ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਉਸ ਨਿਰਾਕਾਰ ਨੇ ਜੋ ਆਕਾਰ ਚੁਣਿਆ ਉਹਦਾ ਨਾਮ ਗੁਰੂ ਨਾਨਕ ਰੱਖਿਆ ਗਿਆ। ਜੇ ਅਸੀਂ ਭਾਈ ਸਾਹਿਬ ਦੀ ਰਚਨਾ ਤੋਂ ਬਿਨਾਂ ਭੱਟਾਂ ਦੇ ਸਵਈਏ ਪੜ੍ਹੇ, ਉਹਨਾਂ ਵਿੱਚ ਤਾਂ ਬਚਨ ਹੁੰਦਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ।
ਜਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿ। ਸਨਮਾਨਯੋਗ ਭਾਈ ਸਾਹਿਬ ਬੈਠੇ ਨੇ। ਮੈਂ ਇੱਕ ਅਰਜ਼ ਕਰਾਂਗਾ ਕਿ ਗੁਰਬਾਣੀ ਦੇ ਸਰਲੇਖ ਵੀ, ਬਾਣੀ ਦੀ ਬੰਤਰ ਵੀ ਦੱਸਦੀ ਪਈ, ਇੱਕ ਜੋਤ ਵਰਦੀ ਪਈ। ਅਸੀਂ ਪੜ੍ਹਨੇ ਆ ਜਦੋਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਆਉਂਦੇ ਨੇ, ਮਹੱਲਾ ਪਹਿਲਾ ਤੇ ਥੱਲੇ ਪਦ ਆਉਂਦਾ ਨਾਨਕ, ਅਸੀਂ ਕਹਾਂਗੇ ਇਹ ਨੈਚੁਰਲੀ ਆਏਗਾ, ਕਿਉਂਕਿ ਜੇ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਤੇ ਨਾਨਕ ਪਦ ਤੇ ਸੰਪੂਰਨ ਹੋਣਗੇ। ਪਰ ਜਦੋਂ ਅਸੀਂ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਪੜ੍ਹਨੇ ਆ, 63 ਸ਼ਲੋਕਾਂ ਵਿੱਚ ਕਿਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਹੇ ਅੰਗਦ, ਦਾਸ ਅੰਗਦ, ਜਨ ਅੰਗਦ, ਕਿਤੇ ਸ਼ਬਦ ਨਹੀਂ ਵਰਤਿਆ। 63 ਸ਼ਲੋਕਾਂ ਵਿੱਚ ਜੇ ਅਖੀਰਲੇ ਪਦ ਦੀ ਵਰਤੋਂ ਕੀਤੀ ਤੇ ਕੇਵਲ ਨਾਨਕ ਪਦ ਹੀ ਵਰਤਿਆ ਹੈ। ਗੁਰੂ ਅਮਰਦਾਸ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਪਰ ਕਿਸੇ ਥਾਂ ਤੇ ਗੁਰੂ ਅਮਰਦਾਸ ਨੇ ਮਹੱਲਾ ਤੀਜਾ ਹੈ, ਮਹੱਲਾ ਦੂਜਾ ਹੈ, ਪਰ ਗੁਰੂ ਅਮਰਦਾਸ ਜੀ ਨੇ ਕਿਸੇ ਵੀ ਥਾਂ ਤੇ ਮਹੱਲੇ ਤੀਜੇ ਦੇ ਸਰਲੇਖ ਥੱਲੇ ਕਿਤੇ ਅਮਰਦਾਸ ਸ਼ਬਦ ਦੀ ਵਰਤੋਂ ਨਹੀਂ ਕੀਤੀ। ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਵਿੱਚ ਹੈ, ਪਰ ਸਾਰੀ ਬਾਣੀ ਸੈਂਕੜੇ ਸ਼ਬਦ, ਕਿਤੇ ਗੁਰੂ ਰਾਮਦਾਸ ਜੀ ਨੇ ਸ਼ਬਦ ਆਪਣਾ ਰਾਮਦਾਸ ਨਹੀਂ ਵਰਤਿਆ। ਗੁਰੂ ਅਰਜੁਨ ਦੇਵ ਉਹਨਾਂ ਦੇ ਪਵਿੱਤਰ ਬਚਨਾਂ ਵਿੱਚ ਪੌਣੇ 700 ਅੰਗ ਕੇਵਲ ਗੁਰੂ ਅਰਜੁਨ ਦੇਵ ਦੀ ਬਾਣੀ ਦਾ ਬਣੇਗਾ, ਪਰ ਇਹਨੇ ਸ਼ਬਦਾਂ ਵਿੱਚ ਕਿਤੇ ਅਰਜੁਨ ਦੇਵ ਸਤਿਗੁਰੂ ਨੇ ਆਪਣਾ ਅਰਜੁਨ ਨਾਮ ਨਹੀਂ ਵਰਤਿਆ। ਜਦੋਂ ਅਸੀਂ ਹਜ਼ੂਰ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਪੜ੍ਹਨੀ, ਜਿਨ੍ਹਾਂ ਸੰਬੰਧੀ ਮੈਂ ਥੋੜੀ ਜੀ ਆਰੰਭਤਾ ਕਰਨੀ ਹੈ ਇਤਿਹਾਸ ਦੀ, ਔਰ ਉਹਨਾਂ ਦੀ ਬਾਣੀ ਵਿੱਚੋਂ 15 ਰਾਗਾਂ ਵਿੱਚ 59 ਸ਼ਬਦ ਤੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ। ਕਿਤੇ ਵੀ 59 ਸ਼ਬਦਾਂ ਵਿੱਚ 57 ਸ਼ਲੋਕਾਂ ਵਿੱਚ ਮਹਾਰਾਜ ਜੀ ਨੇ ਕਿਤੇ ਤੇਗ ਬਹਾਦਰ ਸ਼ਬਦ ਦੀ ਵਰਤੋਂ ਨਹੀਂ ਕੀਤੀ। ਅਸਲ 'ਚ ਇਹ ਗੱਲ ਸਮਝਾਉਣ ਜਾ ਰਹੀ ਹੈ ਬਾਣੀ ਪੜ੍ਹਨ ਵਾਲਿਆ ਕਿ ਸਰੀਰ ਪਹਿਲਾ ਹੈ, ਮਹੱਲਾ ਦੂਜਾ ਸਰੀਰ ਦੂਜਾ ਹੈ, ਤੀਜਾ ਚੌਥਾ ਪੰਜਵਾਂ ਤੇ ਨੌਵਾਂ ਹੈ, ਪਰ ਥੱਲੇ ਇੱਕੋ ਲਫ਼ਜ਼ ਵਰਤਿਆ ਜਾ ਰਿਹਾ ਹੈ ਨਾਨਕ, ਜਨ ਨਾਨਕ, ਦਾਸ ਨਾਨਕ, ਪਰਣਵਤ ਨਾਨਕ, ਬਿਨਵੰਤ ਨਾਨਕ। ਇਹਦਾ ਮਤਲਬ ਇਹ ਵੇ ਬਾਣੀ ਪੜ੍ਹਨ ਵਾਲਿਆ ਕਿ ਸਰੀਰ ਚੇਂਜ ਹੁੰਦੇ ਰਹੇ ਨੇ, ਪਰ ਅੰਦਰ ਵਾਲੀਆਂ ਜੋਤਾਂ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਨੌਵੀਂ ਨਹੀਂ। ਅਸੀਂ ਕਈ ਵਾਰੀ ਇਹ ਸ਼ਬਦ ਕਹਿ ਦਿੰਦੇ ਆ ਕਿ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ, ਗੁਰੂ ਨਾਨਕ ਸਾਹਿਬ ਦੀ ਚੌਥੀ ਜੋਤ। ਪਿਆਰਿਓ ਚੇਤੇ ਰੱਖੋ ਕਿ ਕਾਇਆ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ 10 ਜਾਮੇ ਨੇ, ਪਰ ਅੰਦਰ ਵਾਲੀ ਜੋਤ ਕੇਵਲ ਇੱਕ ਪਰਿਪੂਰਨ ਪਰਮਾਤਮਾ ਦੀ ਅਬਚਲੀ ਜੋਤ ਗੁਰੂ ਨਾਨਕ ਸਾਹਿਬ ਅੰਦਰ ਜਿਹੜੀ ਵਰਤੀ। ਤਾਂ ਹੀ ਹਰ ਗੁਰੂ ਸਾਹਿਬਾਨ ਨੇ ਨਾਨਕ ਪਦ ਦੀ ਵਰਤੋਂ ਹੀ ਤਾਂ ਕੀਤੀ, ਇਸ ਕਰਕੇ ਕਿ ਦੁਨੀਆ ਦੇ ਲੋਕ ਸਰੀਰ ਬਦਲਦੇ ਰਹੇ ਨੇ, ਪਰ ਜੋਤ ਤਾਂ ਕੇਵਲ ਗੁਰੂ ਨਾਨਕ ਸਾਹਿਬ ਵਾਲੀ ਇੱਕੋ ਹੀ ਕੰਮ ਕਰਦੀ ਰਹੀ। ਇਹੀ ਬਚਨ ਗੁਰੂ ਕਲਗੀਧਰ ਸਾਹਿਬ ਜੀ ਨੇ ਕਹੇ, ਕਹਿੰਦੇ ਨੇ ਅਗਿਆਨੀ ਬੰਦਿਆਂ ਨੇ ਵੱਖ-ਵੱਖ ਕਰਕੇ ਜਾਣਿਆ, ਪਰ ਜਿਨ੍ਹਾਂ ਨੂੰ ਇੱਕ ਦੀ ਸੋਝੀ ਪੈ ਗਈ ਉਹਨਾਂ ਦੀ ਭਟਕਣਾ ਖਤਮ ਹੋ ਗਈ। ਸ਼੍ਰੀ ਨਾਨਕ ਅੰਗਦ ਕਰਮਾਨਾ, ਹਜ਼ੂਰ ਦੇ ਬਚਨ, ਸ਼੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ, ਪਿੰਨ ਪਿੰਨ ਸਭੂ ਕਰ ਜਾਨਾ, ਏਕ ਰੂਪ ਕਿਨੂ ਪਹਿਚਾਨਾ, ਜਿਨ ਜਾਨਾ ਤਿਨ ਕੀ ਸਦ ਪਾਈ, ਬਿਨ ਜਾਣੇ ਸਿਦਖਾਤ ਨਾ ਆਈ। ਆਧਿਆਤਮਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਇੱਕ ਦਾ ਸਿਧਾਂਤ ਹੈ। ਅਸੀਂ ਹਜ਼ੂਰ ਦੀ ਜਦੋਂ ਬਾਣੀ ਪੜ੍ਹਨੇ, ਆਓ ਇਸ ਖਜ਼ਾਨੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰੀਏ। ਕੱਲ ਭਾਈ ਸਾਹਿਬ ਉਹਨਾਂ ਨੇ ਵੀ ਹੁਕਮ ਕੀਤਾ ਸੀ, ਨਾਲ ਆਪਾਂ ਆਏ ਵੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ। ਅਰਜ਼ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਸੱਚੀ ਸਰਕਾਰ, ਉਹਨਾਂ ਦੀ ਪਵਿੱਤਰ ਬਾਣੀ 59 ਸ਼ਬਦ ਤੇ 57 ਸ਼ਲੋਕ ਜਦੋਂ ਅਸੀਂ ਪੜ੍ਹਨੇ, ਅਕਸਰ ਅਸੀਂ ਇੱਕ ਸ਼ਬਦ ਵਰਤਨੇ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਵਿੱਚ ਬੈਰਾਗ ਹੈ, ਕੋਈ ਸ਼ੱਕ ਨਹੀਂ। ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ ਉਹ ਬੈਰਾਗ ਨਹੀਂ ਕਿ ਸੰਸਾਰ ਤੇ ਹੁੰਦੇ ਕੋਈ ਜ਼ੁਲਮ ਨੂੰ ਦੇਖ ਕੇ ਅੱਖਾਂ ਮੀਟ ਕੇ ਬੰਦ ਕਰਕੇ ਅੱਖਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਕੇ ਕਹਿਣਾ ਮੈਨੂੰ ਆਤਮਿਕ ਸ਼ਾਂਤੀ ਚਾਹੀਦੀ ਹੈ, ਦੁਨੀਆ ਮਰੇ
ਚਾਹੇ ਜੀਵੇ ਮੈਂ ਸੰਸਾਰ ਤੋਂ ਕੀ ਲੈਣਾ ਹੈ। ਗੁਰਬਾਣੀ ਦੀ ਰੂਹਾਨੀਅਤ, ਗੁਰਬਾਣੀ ਦਾ ਅਧਿਆਤਮਕ ਇਹ ਨਹੀਂ ਕਿ ਕੇਵਲ ਆਪਣੀ ਪੀਸ ਆਫ ਮਾਈਂਡ, ਕੇਵਲ ਆਤਮਕ ਸ਼ਾਂਤੀ ਆਪਣੀ। ਗੁਰਬਾਣੀ ਨੇ ਸਾਨੂੰ ਸਿਧਾਂਤ ਦਿੱਤਾ ਕਿ ਜੇ ਆਪਣੇ ਅੰਦਰ ਦੀ ਸ਼ਾਂਤੀ ਵੀ ਲੋਚਣੀ ਕਹੇ ਤੇ ਬਾਹਰੋਂ ਜਿਹੜੀ ਮਾਨਵਤਾ ਦੀ ਸ਼ਾਂਤੀ ਭੰਗ ਕਰੇ, ਆਪਣੇ ਤਨ ਦਾ ਠੀਕਰਾ ਭੰਨ ਕੇ ਵੀ ਉਸ ਬੰਦੇ ਨੂੰ ਸਮਝਾਇਆ ਜਾਂਦਾ ਹੈ। ਥੋੜਾ ਜਿਹਾ ਇੱਥੇ ਇੱਕ ਬੇਨਤੀ ਮੈਂ ਕਰਾਂਗਾ। ਹਜ਼ੂਰ ਨੇ ਜਿਹੜੇ ਸਮਾਧੀਆਂ ਲਾਉਣ ਵਾਲੇ ਪਹਾੜਾਂ ਵਿੱਚ ਬੈਠੇ ਸਨ, ਆਪਣੇ ਪਿੰਡੇ ਉੱਤੇ ਸਵਾਹ ਮਲੀ ਬੈਠੇ ਸਨ, ਮੇਰੇ ਗੁਰੂ ਨਾਨਕ ਸਾਹਿਬ ਨੇ ਪਹਾੜਾਂ ਦੀਆਂ ਕੰਦਰਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਜ਼ਮੀਨੀ ਹਕੀਕਤ ਵਿੱਚ ਜ਼ਿੰਦਗੀ ਜੀਣ ਦੀ ਜਾਚ ਦਿੱਤੀ। ਤਾਂ ਹੀ ਤਾਂ ਸਤਿਗੁਰੂ ਦੇ ਬਾਰੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ ਕਿ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਾਣ ਵਿਖੂਣਿਆ, ਨਿਸ ਦਿਨ ਅੰਗ ਲਗਾਇਨ ਇਸ਼ਾਰਾ। ਤੇ ਨਾਲ ਹਜ਼ੂਰ ਨੇ ਕਿਹਾ ਬਾਜ ਗੁਰੂ ਡੁੱਬਾ ਜਗ ਸਾਰਾ। ਮੈਂ ਜੋ ਬੇਨਤੀ ਕਰਨੀ ਚਾਹਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਖਜ਼ਾਨਾ ਆਪਾਂ ਪੜਚੋਲੀਏ। ਉਹਨਾਂ ਦਾ ਬੈਰਾਗ ਘਰ ਛੱਡਣ ਵਾਲਾ ਬੈਰਾਗ ਨਹੀਂ, ਹਜ਼ੂਰ ਦਾ ਤਿਆਗ ਪਰਿਵਾਰ ਨੂੰ ਤਿਆਗਣ ਵਾਲਾ ਤਿਆਗ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬੈਰਾਗ ਸੰਸਾਰ ਤੋਂ ਭਗੌੜੇ ਪਾਉਂਦਾ ਨਹੀਂ, ਇੱਥੋਂ ਤੱਕ ਕਿ ਜਿਹੜਾ ਪਰਿਵਾਰ ਨੂੰ, ਸੰਸਾਰ ਨੂੰ, ਘਰ ਨੂੰ ਛੱਡ ਕੇ ਜਾ ਰਿਹਾ ਹੈ, ਉਹਨੂੰ ਗੁਰੂ ਤੇਗ ਬਹਾਦਰ ਰੋਕ ਕੇ ਕਹਿੰਦੇ ਨੇ ਕਾਹੇ ਰੇ ਬਨ ਖੋਜਣ ਜਾਏ। ਕਿੱਥੇ ਚੱਲਿਆ ਜੰਗਲਾਂ ਨੂੰ ਵਿੱਚ ਭਾਲਣ, ਕਿੱਥੇ ਤੁਰਿਆ ਤੂੰ ਜੰਗਲਾਂ ਦੇ ਕੰਢਿਆਂ ਨੂੰ ਆਪਣੇ ਤਨ ਉੱਤੇ ਚੁਬਾਨ ਦੇ ਲਈ। ਜਿੰਨੂੰ ਤੂੰ ਪਾਣਾ ਚਾਹਨਾ ਹੈ ਬਾਹਰ ਦੀ ਭਟਕਣਾ ਛੱਡ, ਆਪਣੇ ਗ੍ਰਹਿ ਵਿਖੇ ਟਿਕ। ਉਹ ਅੰਦਰ ਵੀ ਹੈ, ਬਾਹਰ ਵੀ ਹੈ, ਤੇ ਪਰਮਾਤਮਾ ਤਾਂ ਇਸ ਤਰ੍ਹਾਂ ਤੇਰੇ ਨਾਲ ਹੈ ਜਿਵੇਂ ਦਰਪਣ ਦੇ ਵਿੱਚ ਪ੍ਰਤੀਬਿੰਬ ਤੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ। ਮਹਾਰਾਜ ਜੀ ਦਾ ਬੈਰਾਗ ਸਮਾਜ ਤੋਂ ਭਗੌੜਿਆਂ ਦਾ ਬੈਰਾਗ ਨਹੀਂ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਈ ਸੰਗ ਸਮਾਈ, पोप मद जो बास बस्त है, मूकर माए जैसे शाई, तैसे ही हर बसे निरंतर, घाटी खोजो भाई, बाहर भीतर एको जानो, ए गुर ज्ञान बताई, जन नानक बिन आपा चीना, मिटै ना भ्रम की काई। बेनती ध्यान नाल सुनियो, गुरु तेग बहादुर साहब दी बाणी विचों कुछ तां मैं ये अज अर्ज करांगा। असल च मौत बड़ा कठिन खेल है, कहना सौखा है। दुनिया में सब तो ज्यादा जिहड़ा भय है हर इंसान नूं वो मौत दा है। कई बारी सोचना कि बंदा धन नूं प्यार करदा है, बेनती सुनियो, पर जदों शरीर ते आ बने उदों अपने धन नूं भी कुर्बान कर दिंदा है। वो कहंदा धन चला जाए कुछ नहीं, पर घट्टो घट मेरी जान बच जाए। ऐसी शब्द सुनने कि रुपया तो फिर भी आ जाएगा, जान के नहीं लभनी है। बंदा धन भी अपने शरीर तो कुर्बान कर दिंदा है। इथों तक मैं बेनती करा, कई बारी बंदा अपनी जान नूं बचाण लई, अपनी जिंद नूं बचाण लई अपने तन दे हिस्से भी कुर्बान कर दिंदा है। थोड़ा जिहा समझण लई असीं देखने हॉस्पिटल विच कई सज्जन अक्सर जिंदगी विच मिले, किसे दी लत्त कट्टी मिलेगी, किसे दी बांह कट्टी मिलती है। जे पूछा जाए ये कोई इंसीडेंट, कोई घटना वापरी, वो कहता नहीं घटना कोई नहीं वापरी, मेरी लत्त नूं रोग लग गया ते डॉक्टर ने कहा जे ये ना कट्टी ते तेरी मौत हो सकती है, जानलेवा साबित होवेगी। हालांकि अंग सब तो वध प्यारे ने, बंदा अपनी जिंद नूं बचाण लई अपने हथ ते पैर भी कटवाण लई तैयार हो जाता कि मेरी जिंद किते बच जाए। बड़ा औखा खेल है कि अपने आप नूं कुर्बान करना। मैं कहना गुरु तेग बहादुर सच्चे पातशाह तुहाडे चरनां विच पूरा हिंदुस्तान चुके। मैं रात भी एक जगह बेनती करके आया, गुरु तेग बहादुर साहब दे चरनां विच आनंदपुर साहब पंडित किरपा राम दत्त आके उन्हें बेनती की। उन्हें तां शब्द भी ये वरते सन, मालक असी पुराणिक कथा सुनिया ने, गल ध्यान नाल सुनियो, असी पुराणिक कथा सुनिया ने कि गज नूं बंधन पए ते ओदे बंधन कट दिते गए। द्रौपदी दी पत रुन लगी, ओनू तन ते कपड़ा ओढ़ के ओदे नग्नता नूं बचा दिता गया।
ਸੁਦਾਮਾ ਦਰਿਦਰਤਾ ਨਾਲ ਮਰਦਾ ਪਿਆ, ਉਹਨੂੰ ਤੰਦੁਲ ਦੇ ਬਦਲੇ 4 ਪਦਾਰਥ ਦਿੱਤੇ। ਅਸੀਂ ਸੁਣਿਆ, ਪਰ ਅੱਜ ਕੋਈ ਸਾਡੀ ਬੌੜੀ ਕਰਨ ਵਾਲਾ ਨਹੀਂ। ਸਾਨੂੰ ਜ਼ਾਲਮ ਤੰਦਵੇ ਨੇ ਗ੍ਰਸ ਲਿਆ ਹੈ। ਸਾਡੇ ਬਹੁ ਬੇਟੀਆਂ ਧੀਆਂ ਪੈਣਾ ਸਾਡੇ ਧਰਮ ਦੀ ਪੱਤ ਦੀ ਚਾਦਰ ਨੂੰ ਉਠਾਇਆ ਜਾ ਰਿਹਾ ਹੈ। ਮੇਰੇ ਮਾਲਕ, ਇੱਕ ਕਿਰਪਾ ਕਰ, ਸਾਨੂੰ ਹੋਰ ਕੋਈ ਭਗਵਾਨ ਨਹੀਂ ਦਿਸਦਾ। ਹਾਥੀ ਦੇ ਵੀ ਬੰਧਨ ਕੱਟਣ ਵਾਲਾ ਤੂੰ ਹੈ, ਦ੍ਰੋਪਦੀ ਦੀ ਪੱਤ ਢੱਕਣ ਵਾਲਾ ਵੀ ਤੂੰ ਹੈ, ਸਦਾਮੇ ਨੂੰ ਪਦਾਰਥ ਦੇਣ ਵਾਲਾ ਵੀ ਕੇਵਲ ਤੂੰ ਹੈ। ਇੱਕ ਕਿਰਪਾ ਕਰ, ਤੇਰੇ ਚਰਨਾਂ 'ਚ ਥੱਕ ਕੇ ਖਾਰ ਕੇ ਡਿੱਗੇ ਹਾਂ, ਸਾਨੂੰ ਡਿੱਗਿਆਂ ਹੋਇਆਂ ਦੀ ਲਾਜ ਤੂੰ ਰੱਖ ਲੈ। ਅਸਲ 'ਚ ਗ੍ਰੰਥ ਹੈ ਸ਼ਹੀਦ ਬਿਲਾਸ, ਉਹਦੇ ਵਿੱਚ ਲਿਖਿਆ, ਗੱਜ ਕੇ ਬੰਧਨ ਕਾਟਨ ਖਾਰੇ, ਤੁਮ ਗੁਰੂ ਨਾਨਕ ਹੈ ਅਵਤਾਰੇ। ਗੁਰੂ ਨਾਨਕ ਦਾ ਅਵਤਾਰ ਬੰਧਨ ਕੱਟ ਸਕਦਾ ਹੈ, ਗੁਰੂ ਨਾਨਕ ਦੀ ਜੋਤ ਬੰਧਨ ਕੱਟ ਸਕਦੀ ਹੈ। ਗੱਜ ਕੇ ਬੰਧਨ ਕਾਟਨ ਖਾਰੇ, ਤੁਮ ਗੁਰੂ ਨਾਨਕ ਹੋ ਅਵਤਾਰੇ। ਅਗਲਾ ਬਚਨ ਕਿਆ ਕਿ ਜਿਮ ਦ੍ਰੋਪਦੀ ਲਾਖੀ ਲਾਜ, दिए सवार सुदामे काज, फिरत फिरत प्रभ आयो थारे, थाक परियो को तो दरबारे। अज डेगिया तेरे दर दे उत्ते। जदों इन्हां ने पुकार की, भावें वखरा पुर करन कह के पुकार, जदों पुकार की ते रात में अर्ज की साडे बजुर्ग कवि खोए ने सरदार राम नारायण सिंह जी दरती। वो कहते जदों इन्हां पुकार के क्या मालिक किरपा करो साडी पत टक दिओ, साडे अथरू पूंज दिओ, साडे तिलक ते जंज नूं बचा दिओ। उन्हां दे अंदर दा ख्याल सी। 84 तो बाद उन्होंने पुस्तक लिखी सी, असां की कीता तुसां की कीता। वो कहते जदों कह लगे महाराज बांह पकड़ो, अगे उन्होंने 2 बड़े प्यारे शब्द लिखे। खाए वो कविता वो लिखते ने, कया पातशाह बचियो घरी जाओ, सिर दे के 7 बचांगा मैं, हिंदू धर्म दे बुझ रहे दीवे अंदर, तेल अपने लहू दा पांगा। पाया देश दियां जड़ां विच लहू अपना, भारत वर्ष दा बाग तां फल रहा है, हिंदू मंदिरां दे दीवियां विच खुण भी लहू तेग बहादुर दा बन रहा है। सतगुरु गुरु तेग बहादुर महाराज, मैं अर्ज करा, मौत बड़ा कठिन खेल है, बड़ी औखी काटी है, पर याद रखियो मौत दा कठिन खेल केवल वो खेड सकता है पहला वासना ते फतेह पा के जिन्हें आत्मक जीवन दे कठिन खेड नूं जित लिया। मैं जड़ा खजाने चो पहला शब्द कहना चाहना, वो शब्द है गौड़ी राग विच गुरु तेग बहादुर साहिब दा, क्योंकि बाणी दे दायरे विच भी रहीए। ते मैं एक बेनती करांगा गुरमुखो, इस स्थान ते बैठ के कि गुरु ग्रंथ साहिब दे शब्द दे थले किसे दूजे नूं तीर चला के विनन दा यतन ना करिए। एक गल बड़ी स्पष्ट जे कि जिस बंदे दी जबान किसे दूजे नूं साड़न दा यतन कर दीए, ते एक गल स्पष्ट है, किसे नूं साड़न वाला खुद सड़े ते तां दूजा सड़ सकदा है, क्योंकि दिया चलाई माचिस दी तीली दे मूंह नूं पहला अग लगदी है तां दूजे नूं साड़दी है। जे किसे दे बोल किसे नूं साड़दे ने, याद रखियो बंदा खुद अंदरों सड़िया होया। जे बंदा अंदरों टिकिया होवेगा, जे अंदर ठंड होवेगी, ਉਹਦੇ ਬੋਲਾਂ ਵਿੱਚ कदी साड़ा नहीं होवेगा। मेरा गुरु तो बोलदा भी मिठा है, हाँ ਉਹਦੀ ਝਿੜਕ भी मिठी बन जाती है। मैं फिर बेनती करा, पहला शब्द गुरु तेग बहादुर साहब दा पढ़िए, वो है अखीर। एक खेल बड़ा कठिन है। उस शब्द विच हजूर ने त्याग तो बात शुरू की थी। महाराज जी ने कहा, साधो मन का मान त्यागो, जन नानक एक खेल कठिन है। गुरमुखो मौत दा खेल कठिन है, पर जेड़ा अंदर दी खेड नूं जित जाएगा ਉਹਦੇ ਲਈ मौत दी खेड भी सौखी बन जाए। साधो ਇਹਦਾ अर्थ है भले पुरखो, मन का मान त्यागो, अपने मन दे खंकार नूं छੱਡ दिओ। इत्थे तन शब्द नहीं वरतिया, मन वरतिया है, क्योंकि कई बारी तन कह जांदा झूठी मुठी, नहीं जी मैं तां दास हां जी, असी तां सेवक हां जी, असी तां चरना दी धूड़ हां जी। पर अंदर वाला मन चरना दी धूड़ कह के भी अंदरों रस लई जांदा, क्योंकि चरना दी धूड़ कह नाल भी अंदरों मान आ जांदा। कहंदे ने अपने मन दा मान त्याग दे। साधो मन का मान त्यागो। ते इस मान ने
ਕਿੰਨਿਆਂ ਕੁ ਨੂੰ ਤਬਾਹ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਸ਼ਲੋਕ ਹੈ, ਕਈ ਵਾਰੀ ਧਰਮ ਦੇ ਕਰਮ ਵੀ ਅਮਾਨ ਬਣ ਜਾਂਦੇ। ਉਹ ਕੀਤੇ ਹੋਏ ਕਰਮਾਂ ਦਾ ਫਲ ਕੀ? ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜੂ ਕੁੰਚਰ, ਇਸ਼ਨਾਨ ਸਾਧੋ ਮਨ ਕਾ ਮਾਨ ਤਿਆਗੋ। ਪਿਆਰਿਓ, ਸ਼ਰੀਰ ਤਿਆਗਣਾ ਸੌਖਾ ਜੇ। ਮੈਂ ਇੱਕ ਸ਼ਬਦ ਫਿਰ ਕਹਿਣ ਲੱਗਾ ਬਾਣੀ ਚੋਂ, ਸ਼ਰੀਰ ਛੱਡਣਾ ਸੌਖਾ ਹੈ, ਪਰ ਮਾਨ ਛੱਡਣਾ ਬੜਾ ਔਖਾ ਜੇ। ਜਦੋਂ ਕਿਸੇ ਬੰਦੇ ਨੂੰ ਬਿਮਾਰੀ ਲੱਗੀ ਹੋਵੇ, ਉਹਦਾ ਸੰਸਕਾਰ ਕਰ ਦਿਓ, ਅਸੀਂ ਕਹਿੰਦੇ ਚਲੋ ਵਿਚਾਰਾ ਛੁੱਟ ਗਿਆ। ਬਿਮਾਰ ਸੀ, ਮੌਤ ਹੋ ਗਈ, ਸੰਸਕਾਰ ਹੋ ਗਿਆ, ਛੁੱਟ ਗਿਆ। ਗੁਰਮਖੋ, ਸ਼ਰੀਰ ਦੀਆਂ ਲੱਗੀਆਂ ਹੋਈਆਂ ਬਿਮਾਰੀਆਂ ਸ਼ਰੀਰ ਦੀ ਮੌਤ ਨਾਲ ਮੁੱਕ ਜਾਂਦੀਆਂ ਨੇ, ਪਰ ਜਿਹਨੂੰ ਹੰਕਾਰ ਦੀ ਬਿਮਾਰੀ ਲੱਗ ਜਾਏ, ਸ਼ਰੀਰ ਦੇ ਸੜਨ ਤੋਂ ਬਾਅਦ ਤਾਂ ਹੰਕਾਰ ਅਗਲੇ ਜਨਮ ਵਿੱਚ ਵੀ ਚਲਾ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ। ਸ਼ਲੋਕ ਸਹਿਸਕ੍ਰਿਤੀ ਕਿ ਜਨਮ ਮਰਨ ਦਾ ਮੂਲ ਹੰਗਤਾ ਹੈ। ਖੌਂ ਵਿੱਚ ਆਇਆ, ਖੌਂ ਵਿੱਚ ਗਿਆ, ਨਿਮਕ ਨਿਮਕ ਕਰ ਸਰੀਰ ਕਟਾਵੇ, ਤੌਪੀ ਖੌਮੈ ਮੈਲ ਨਾ ਜਾਏ। ਗੁਰੂ ਨੇ ਕਿਹਾ ਪਹਿਲਾ ਕੰਮ ਕਰ ਸਾਧੋ ਮਨ ਕਾ ਮਾਨ ਤਿਆਗੋ। ਬਾਬਾ ਬਕਾਲਾ ਸਾਹਿਬ ਦੀ ਧਰਤੀ ਹੈ। ਅਰਜ਼ ਕਰਾਂ, ਸਾਰੇ ਗੱਦੀਆਂ ਲਾ ਕੇ ਬੈਠੇ ਨੇ, ਦਾਅਵੇਦਾਰ ਬਣ ਕੇ ਬੈਠੇ ਨੇ, ਪਰ ਅੰਦਰ ਦੀ ਨਿਮਰਤਾ ਵਾਲਾ ਭਰਿਆ ਹੋਇਆ ਭਾਂਡਾ ਨਾ ਕਿਸੇ ਮਸੰਦ ਨੂੰ ਅੱਗੇ ਤੋਰ ਰਹੇ ਨੇ, ਨਾ ਉਹ ਦਾਵਾ ਕਰਦੇ ਪਏ ਨੇ। ਇੱਥੋਂ ਤੱਕ ਕਿ ਜਦੋਂ ਦੌਲਤ ਨੂੰ ਦੇਖ ਕੇ ਧੀਰਮਲ ਗੋਲੀ ਵੀ ਚਲਾਉਂਦਾ ਹੈ, ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਮਾਂ ਆਪਣੀ ਨੂੰ, ਮਾਂ ਅੱਜ ਤੱਕ ਗੋਲੀ ਨਹੀਂ ਸੀ ਕਿਸੇ ਚਲਾਈ, ਆਹ ਦੇਖ ਧਨ ਦਾ ਢੇਰ ਲੱਗਾ ਤੇ ਆਪਣੇ ਨਹੀਂ ਆਪਣੇ ਉੱਤੇ ਗੋਲੀ ਚਲਾ ਦਿੱਤੀ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਧੀਰਮਲ ਗੋਲੀ ਚਲਵਾਉਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ। ਸੱਚੇ ਪਾਤਸ਼ਾਹ ਉੱਥੇ ਵੀ ਨਿਮਰਤਾ ਦਾ ਪੱਲਾ ਨਹੀਂ ਛੱਡਿਆ, ਤੇ ਇੱਕੋ ਗੱਲ ਕਹਿੰਦੇ ਨੇ, ਮਾਲਕਾ ਅਮੀਰ ਨਾ ਬਣਾਈ, ਕਿਰਪਾ ਕਰ ਅੰਦਰ ਦੀ ਗਰੀਬੀ ਦੇ, ਤੂੰ ਤਾਂ ਗਰੀਬ ਨਿਵਾਜ ਹੈ, ਕਿਤੇ ਨਹੀਂ ਪੜਿਆ ਕਿ ਤੂੰ ਅਮੀਰ ਨਿਵਾਜ ਹੈ। ਜਿਸ ਕੋਲ ਅੰਦਰ ਦੀ ਗਰੀਬੀ ਹੈ, ਸਾਧੋ ਮਨ ਕਾ ਮਾਨ ਤਿਆਗੋ। ਜੇ ਬੰਦਾ ਹੰਕਾਰ ਵਿੱਚ ਆ ਜਾਏ, ਗੁਰਮੁਖੋ ਮਾਨ ਬੰਦੇ ਨੂੰ ਡੋਬ ਕੇ ਰੱਖ ਦਿੰਦਾ ਹੈ। ਸਤਿਗੁਰੂ ਨੇ ਤਾਂ ਸ਼ਬਦ ਵਰਤੇ ਕਿ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ। जिस कै अंतर राज अभिमान, सो नरक पाती होत सुआन, जो जाना मैं जोबन गंत, सो होवत विष्टा का जंत, आपस को कर्मवंत कहावै, जन्म मरै वो जोन परमावै, धन भूम का जो करे गुमान, सो मूर्ख अंधा अज्ञान, साधो मन का मान त्यागो। अनक तपस्या करे अहंकार, नरक सुर्ग फिर पर अवतार, साधो मन का मान त्यागो। कबीर गर्भ ना कीजिए, चाम लपेटे खाड, खैबर ऊपर छतर तर, तेफुन तरनी गाड। कबीर गर्भ ना कीजिए, देही देख सुरंग, साधो मन का मान त्यागो। कबीर गर्भ ना कीजिए, देही देख सुरंग, आज काल तज जाओगे जो कांचुरी भुजंग। कबीर गर्भ ना कीजिए, ऊंचा देख आवास, आज काल भोय लेटना, ऊपर जामै घास। कबीर गर्भ ना कीजिए, रंक न हसिया कोय, मन का मान त्यागो। रंक न हसिया कोय, अजो सुनाओ समुद्र में क्या जानो, क्या कोई। मैं सिर्फ प्रमाण लेने अर्थ ता नहीं कीते क्योंकि सलोक बड़े सरल। महाराज जी ने क्या है, बड़ा खेल कठन, कठन खेल क्या। सच एवे कि गुरु तेग बहादुर की बाणी ही कठन खेल तो शुरू हुंदी है, ते गुरु तेग बहादुर साहब दे शरीर दा अंतला समा वो कठन खेल नूं भी सौखी बना के निकल जाते। महाराज जी ने क्या, साधो मन का मान त्यागो, ते दूसरा काम करियो काम क्रोध संगत दुर्जन की। काम और क्रोध ते भैड़े बंदियां दी संगत, काम क्रोध संगत दुर्जन की ताते ऐन सपागो रखाओ। सुख दुख दोनों सम कर जाने, दुख ते सुख नूं बराबर जाना, पर खेल बड़ा कठिन है। सुख दुख दोनों सम कर जाने, और मान अपमाना, हरक सोग ते रहे अतीता, तिन जग तत पछाना। उस्तत निंदा दो त्यागै, खोजे पद निर्बाना, जन नानके खेल कठिन है,
ਕਿਨਹੂ ਗੁਰਮੁਖ ਜਾਣਾ। ਤਿੰਨ ਕੁ ਸ਼ਲੋਕ ਮੈਂ ਕਹਿ ਕੇ ਇਸ ਪਵਿੱਤਰ ਸ਼ਬਦ ਦੇ ਅਰਥਾਂ ਵੱਲ ਆਉਣਾ। ਦੇਖੋ ਅਸੀਂ ਜਦੋਂ ਸ਼ਲੋਕ ਪੜ੍ਹਨੇ ਆ, ਜਿੰਨੇ ਅਸੀਂ ਬਚਨ ਵਰਤੇ ਨੇ ਕਿ ਮਾਨ ਨੂੰ ਤਿਆਗ ਦੇ, ਦੁੱਖ ਸੁੱਖ ਨੂੰ ਬਰਾਬਰ ਜਾਣ, ਉਸਤਤ ਤੇ ਨਿੰਦਿਆ ਨੂੰ ਬਰਾਬਰ ਜਾਣ। ਮਹਾਰਾਜ ਜੀ ਨੇ ਬਾਣੀ ਵਿੱਚ ਫਰਮਾਇਆ, ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ ਪਰ ਜਨ ਨਾਨਕੇ ਖੇਲ ਕਠਨ ਹੈ। ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜੇ, ਇਹ ਖੇਲ ਕਠਨ ਹੈ। ਉਸਤਤ ਨਿੰਦਿਆ ਨਾਹਿ ਜੇ, ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕ ਤਾਹੇ ਤੈ ਜਾਨ। ਹਰਕ ਸੋਗ ਜੈ ਕਹਿ ਨਹੀਂ, ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕ ਤਾਹੇ ਤੈ ਜਾਨ। ਪਰ ਜਿਨੇ ਇਸ ਗੱਲ ਨੂੰ ਸਮਝ ਲਿਆ ਉਹ ਫਿਰ ਗਿਆਨੀ ਬਣ ਗਿਆ। ਉਸ ਤੋਂ ਅਗਲਾ ਸ਼ਲੋਕ ਹੈ, ਭੈ ਕਾਹੂ ਕੋ ਦੇਤ ਨੇ, ਨੈ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਫਰਮਾਇਆ, ਮਹੱਲਾ ਤੀਜਾ, ਇੱਕਾ ਬਾਣੀ। ਇੱਕ ਕੇਵਲ ਗੁਰੂ ਕੀ ਬਾਣੀ ਸਿਧਾਂਤ ਹੈ ਸਾਡਾ। ਇੱਕ ਗੁਰ, ਇੱਕ ਹੀ ਗੁਰੂ ਹੈ। ਮੈਂ ਅਰਜ਼ ਕੀਤੀ ਸੀ ਜਾਮੇ 10 ਨੇ ਪਰ ਜੋਤ ਤਾਂ ਇੱਕੋ ਹੈ ਨਾ। ਆ ਭਾਈ ਸਾਹਿਬ ਨੇ ਹੁਣੇ ਅਰਦਾਸ ਕਰਨੀ, 10 ਪਾਤਸ਼ਾਹੀਆਂ ਦਾ ਜ਼ਿਕਰ ਕਰਕੇ ਅਖੀਰ ਤੇ ਇੱਕ ਵਚਨ ਹੋ ਜਾਂਦਾ ਹੈ। ਉਹ ਇੱਕ ਵਚਨ ਹੈ, 10 ਪਾਤਸ਼ਾਹੀਆਂ ਦੀ ਜੋਤ। ਪਾਤਸ਼ਾਹੀਆਂ ਬਹੁ ਵਚਨ ਹੈ, ਦੀ ਜੋਤ ਇੱਕ ਵਚਨ ਹੈ। ਇੱਕ ਦਾ ਸਿਧਾਂਤ ਹੈ, 10 ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਉਸ 10 ਜਾਮਿਆਂ ਵਿੱਚੋਂ ਵੀ ਇੱਕ ਜੋਤ ਨੂੰ ਦੇਖਨੇ ਖਾਂ। ਮਹਾਰਾਜ ਕਹਿੰਦੇ ਨੇ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਕੋ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ। ਸੱਚਾ ਸੌਦਾ, ਹੱਟ ਸੱਚ, ਆ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚਾ ਸੌਦਾ। ਇਹ ਹੱਟ, ਇਹ ਦੁਕਾਨ ਸੱਚੀ ਹੈ। ਰਤਨੀ ਭਰੇ ਭੰਡਾਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਰਤਨਾ ਦਾ ਭਰਿਆ ਹੋਇਆ ਭੰਡਾਰਾ ਹੈ। ਤਾਂ ਹੀ ਸਾਹਿਬ ਨੇ ਕਿਹਾ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਹ ਰਤਨਾ ਨਾਲ, ਖਜ਼ਾਨਿਆਂ ਨਾਲ ਭਰਿਆ ਭੰਡਾਰਾ ਹੈ। ਗੁਰ ਕਿਰਪਾ ਤੇ ਪਾਇਨ। ਮਹਾਰਾਜ ਕਹਿੰਦੇ ਨੇ, ਜੇ ਦੇਵੈ ਦੇਵਨ ਖਾਰ। ਜੇ ਦੇਣ ਵਾਲਾ ਪਰਮਾਤਮਾ ਤਰਸ ਕਰੇ ਤੇ ਇਸ ਖਜ਼ਾਨੇ ਵਿੱਚੋਂ ਸ਼ਬਦ ਦੀ ਦਾਤ ਝੋਲੀ ਵਿੱਚ ਪਾ ਦਿੰਦਾ ਹੈ। ਤੇ ਦਾਸ ਕਈ ਵਾਰੀ ਬੇਨਤੀ ਕਰਦਾ ਹੈ, ਭਾਈ ਵੀਰ ਸਿੰਘ ਹੋਣੀ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ, ਜਦੋਂ ਸਿੱਖਾਂ ਤੂੰ ਪਾਠ ਕਰੇ ਪਿਆ Hare Krishna, Hare